ਹਾਂਜੀ ਸਾਥੀਓ, ਆਪਾਂ ਭਾਈ ਭਗਤ ਸਿੰਘ ਦੇ ਜਨਮ ਦਿਨ ਦੇ ਸਿਲਸਿਲੇ ਦੇ ਵਿੱਚ ਲਾਈਵ ਹੋਣ ਦੇ ਵਾ ਸੋਚਿਆ ਸੀ। ਇੱਕ ਸੈਕਿੰਡ ਜਰਾ ਕਲੋਜ਼ ਹਾਂਜੀ ਐਪਲੀਕੇਸ਼ਨ ਓਕੇ ਡਿਸਮਿਸ। ਜੀ ਹਾਂ, ਹਾਂਜੀ ਮੈਂ ਪਹਿਲਾਂ ਉਹ ਟਰਾਈ ਕੀਤੀ ਸੀ ਕਿ ਅਸੀਂ ਦੋਨੋਂ ਜਗ੍ਹਾ ਤੋਂ ਨਾਲੋਂ ਨਾਲ ਹੋ ਜਾਏ, YouTube ਵੀ ਅਤੇ ਫੇਸਬੁੱਕ ਵੀ। ਤਜਰਬਾ ਜਿਹੜਾ ਉਹ 'ਚ ਕੁਛ ਤਕਨੀਕੀ ਗੜਬੜ ਰਹੀਆਂ ਨੇ, ਤਜਰਬਾ ਵੀ ਘੱਟ ਆਪਾਂ ਨੂੰ, ਅਤੇ ਕੋਈ ਗੱਲ ਨਹੀਂ, ਅਗਲੀ ਵਾਰ ਸਹੀ। ਅਤੇ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ। ਖੈਰ, ਮੈਨੂੰ ਜੇਕਰ ਇੱਕ ਵਾਰ ਕੋਈ ਸੱਜਣ ਇਹ ਦੱਸ ਦੇਵੇ ਕਿ ਠੀਕ ਚੱਲ ਰਿਹਾ ਆਵਾਜ਼ ਵਗੈਰਾ। ਹਾਂਜੀ ਰੁਪਿੰਦਰ ਜੀ ਦੱਸਿਓ ਜਰਾ ਕਿ ਘਰੀ ਥੱਲੇ ਚਾਹੇ ਕਮੈਂਟ ਕਰਕੇ ਦੱਸ ਦਿਓ ਕਿ ਕਿਵੇਂ ਹੈਗਾ, ਚੱਲ ਰਹੀ ਆ, ਆਵਾਜ਼ ਆ ਰਹੀ ਹੈ। ਖਾਸ ਕਰਕੇ ਕਿਉਂਕਿ ਆਵਾਜ਼ ਦਾ ਜ਼ਿਆਦਾ ਚੱਕਰ ਸੀ ਕਿ ਪਹਿਲਾਂ ਆਵਾਜ਼ 'ਚ ਗੜਬੜ ਰਹਿ ਗਈ ਥੋੜ੍ਹੀ। ਹਾਂਜੀ ਸਾਥੀ, ਚਲੋ ਖੈਰ ਗੱਲ ਕਰਦੇ। ਮੈਨੂੰ ਉਮੀਦ ਹੈਗੀ ਆ ਪੂਰੀ ਕਿ ਆਵਾਜ਼ ਆ ਰਹੀ ਹੋਏਗੀ, ਕਿਉਂਕਿ ਜੋ ਪਹਿਲਾਂ ਜੋ ਜਿੱਥੇ ਗਲਤੀ ਸੀਗੀ ਉਹ ਸੁਧਾਰ ਲਈ ਗਈ ਆ। ਹਾਂਜੀ, ਭਗਤ ਸਿੰਘ ਦਾ ਆਪਾਂ ਜਨਮ ਦਿਨ ਮਨਾ ਰਹੇ ਹਾਂ ਤੇ ਉਸ ਸਮੇਂ 'ਤੇ ਮਨਾ ਰਹੇ ਹਾਂ ਜਦੋਂ ਭਾਰਤ ਦੇ ਵਿੱਚ ਜਿਹੜਾ ਕਿਸਾਨਾਂ ਦਾ ਸੰਘਰਸ਼ ਹੈ ਉਹਨੂੰ ਚੱਲਦੇ ਨੂੰ ਵੈਸੇ ਤਾਂ ਸਾਲ ਤੋਂ ਉੱਪਰ ਹੋ ਗਿਆ, ਪਰ ਦਿੱਲੀ ਬੈਠਿਆਂ ਨੂੰ ਹੀ ਸਾਲ ਹੋਣ ਵਾਲਾ ਹੋ ਚੱਲਿਆ। ਦਿੱਲੀ ਪਹੁੰਚਿਆਂ ਨੂੰ ਉਹਨਾਂ ਨੂੰ ਕਰੀਬ ਸਾਲ ਹੋ ਜਾਣਾ, 2 ਮਹੀਨਿਆਂ 'ਚ 10 ਮਹੀਨੇ ਤੋਂ ਉਹ ਚੱਲੇ ਨੇ। ਤੇ ਇਹ ਜਿਹੜੀ ਜੰਗ ਆ ਇਹ ਉਸੇ ਹੀ ਸਾਮਰਾਜਵਾਦ ਖਿਲਾਫ ਆ ਜਿਹਦੇ ਖਿਲਾਫ ਭਗਤ ਸਿੰਘ ਹੁਣਾਂ ਨੇ ਸ਼ੁਰੂ ਕੀਤੀ ਸੀ। ਤੇ ਭਗਤ ਸਿੰਘ ਹੁਣਾਂ ਨੇ ਇਹ ਗੱਲ ਜਿਹੜੀ ਆ ਕਿਤੇ ਵੀ ਭੁਲੇਖੇ ਵਿੱਚ ਨਹੀਂ ਰੱਖੀ, ਲੋਕਾਂ ਨੂੰ ਭੁਲੇਖੇ 'ਚ ਨਹੀਂ ਰੱਖਿਆ ਕਿ ਕਿਹਦੇ ਨਾਲ ਲੜਾਈ ਆ। ਉਹਨਾਂ ਨੇ ਬਿਲਕੁਲ ਸਪਸ਼ਟ ਕੀਤਾ ਸੀ ਕਿ ਲੜਾਈ ਜਿਹੜੀ ਆ ਉਹ ਸਾਮਰਾਜਵਾਦ ਖਿਲਾਫ ਆ, ਕੱਲਾ ਭਾਰਤ ਨੂੰ ਆਜ਼ਾਦ ਕਰਾਉਣ ਤੱਕ ਦੀ ਲੜਾਈ ਨਹੀਂ ਹੈਗੀ ਇਹ ਨਾ। ਤੇ ਉਹਨਾਂ ਨੇ 1931 ਵਿੱਚ ਗਵਰਨਰ ਪੰਜਾਬ ਨੂੰ ਇੱਕ ਚਿੱਠੀ ਲਿਖੀ ਸੀ ਜਿਹਦੇ 'ਚ ਉਹਨੇ ਸਾਫ਼ ਲਿਖਿਆ ਸੀ ਕਿ ਯੁੱਧ ਚੱਲ ਰਿਹਾ ਤੇ ਇਹ ਚੱਲਦਾ ਰਹਿਣਾ, ਇਹ ਸਾਡੇ ਨਾਲ ਨਹੀਂ ਖਤਮ ਹੋ ਜਾਣਾ। ਇਹ ਓਨੀ ਦੇਰ ਚੱਲਦਾ ਰਹਿਣਾ ਆ ਜਿੰਨੀ ਦੇਰ ਲੋਕਾਂ ਦੀ ਲੁੱਟ ਜਿਹੜੀ ਆ ਹੁੰਦੀ ਰਹਿਣੀ ਆ, ਚਾਹੇ ਉਹ ਲੁੱਟ ਕਰਨ ਵਾਲੇ ਜਿਹੜੇ ਆ ਉਹ ਵਿਦੇਸ਼ੀ ਹੋਣ, ਸਾਮਰਾਜਵਾਦੀ ਜਿਹੜੇ, ਚਾਹੇ ਇੰਡੀਆ ਦੇ ਹੋਣ, ਚਾਹੇ ਨੌਕਰਸ਼ਾਹੀ ਹੋਵੇ, ਚਾਹੇ ਇਹਨਾਂ ਸਾਰਿਆਂ ਦਾ ਕੋਈ ਰਲਿਆ ਮਿਲਿਆ ਰੂਪ ਹੋਵੇ, ਕੁਛ ਵੀ ਹੋਵੇ। ਤੇ ਇਹ ਜੰਗ ਜਿਹੜੀ ਆ ਚੱਲਦੀ ਰਹਿਣੀ ਆ। ਇਹ ਕਿੰਨੀ ਦੂਰ ਅੰਦੇਸ਼ੀ ਵਾਲੀ ਗੱਲ ਕਹੀ ਜਾ ਸਕਦੀ ਆ, ਪਰ ਉਹ ਦੂਰ ਅੰਦੇਸ਼ੀ ਕਿੱਥੋਂ ਆ ਗਈ? ਦੂਰ ਅੰਦੇਸ਼ੀ ਆਈ ਆ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਜੋ ਸਾਹਿਤ ਪੜ੍ਹਿਆ, ਜੋ ਉਹਨਾਂ ਨੇ ਆਪਣੇ ਆਲੇ ਦੁਆਲੇ ਨੂੰ ਦੇਖਿਆ, ਦੁਨੀਆ 'ਚ ਹੁੰਦੀਆਂ ਘਟਨਾਵਾਂ ਨੂੰ ਦੇਖਿਆ। ਇਹ ਦੂਰ ਅੰਦੇਸ਼ੀ ਉੱਥੋਂ ਪੈਦਾ ਹੁੰਦੀ ਆ। ਹੋਰ ਉਹ ਕੋਈ ਪੁੱਛਾਂ ਦੇਣ ਵਾਲੇ ਨਹੀਂ ਸੀਗੇ, ਹੈ ਕੋਈ ਜੋਤਸ਼ੀ ਨਹੀਂ ਸੀਗੇ। ਹਾਲਾਂਕਿ ਜੋਤਿਸ਼ ਪੁੱਛਾਂ ਸਭ ਕੁਝ ਝੂਠ ਆ, ਆਪਾਂ ਸੰਕੇਤਕ ਗੱਲ ਕਰਦੇ ਪਏ ਹਾਂ। ਇਸੇ ਕਰਕੇ ਅੱਜ ਜਿਹੜਾ ਜਦੋਂ ਉਹਨਾਂ ਦਾ ਜਨਮ ਦਿਨ ਮਨਾ ਰਹੇ ਹਾਂ ਤੇ ਅਸੀਂ ਮੰਚ ਵੱਲੋਂ ਫੈਸਲਾ ਲਿਆ ਸੀ ਕਿ ਇਸ ਵਾਰ ਅਸੀਂ ਕੁਝ ਵੱਖਰਾ ਕਰ ਰੱਖਣਾ। ਇੱਕ ਤਾਂ ਇਹ ਕਿ ਸਾਨੂੰ ਸਮਾਗਮ ਜਿਹੜੇ ਜਗ੍ਹਾ ਜਗ੍ਹਾ ਕਰਨ ਦੀ ਕੋਈ ਤੁੱਕ ਨਹੀਂ ਬਣਦੀ ਜਦੋਂ ਇੰਨਾ ਵੱਡਾ ਸੰਘਰਸ਼ ਚੱਲ ਰਿਹਾ ਹੋਵੇ ਦਿੱਲੀ ਦੇ ਬਰੂਹਾਂ ਦੇ ਉੱਤੇ। ਤੇ ਅਸੀਂ ਸੋਚਿਆ ਕਿ ਅਸੀਂ ਉਹਦੇ ਵਿੱਚ ਹਿੱਸਾ ਪਾਵਾਂਗੇ ਜਿਵੇਂ ਵੀ ਹੋ ਸਕਿਆ। ਜਿਹੜੇ ਸਾਡੇ ਵਰਕਰ ਨੇ, ਆਗੂ ਨੇ, ਪੰਜਾਬ ਵਾਲੇ, ਇੰਡੀਆ ਵਾਲੇ ਉੱਥੇ ਪਹੁੰਚੇ ਨੇ ਤੇ ਅਸੀਂ ਇੱਕ ਦਵਰਕੀ ਛਾਪੀ ਸੀ ਤੇ ਉਹਦੇ ਵਿੱਚ ਜਿਹੜਾ ਮੰਚ ਦਾ ਸੁਨੇਹਾ ਸੀ ਉਹ ਐਕਚੁਅਲੀ ਸ਼ੁਰੂ ਹੀ ਭਗਤ ਸਿੰਘ ਦੇ ਸੁਨੇਹੇ ਨਾਲ ਸੀ। ਤੇ ਇਹੋ ਹੀ ਜਿਹਦੀ ਮੈਂ ਹੁਣੇ ਗੱਲ ਕਰਕੇ ਹਟਿਆ ਕਿ ਜਿਹੜਾ ਉਹਨਾਂ ਨੇ ਜਿਹੜੀ ਚਿੱਠੀ ਲਿਖੀ ਸੀਗੀ ਗਵਰਨਰ ਪੰਜਾਬ ਨੂੰ। ਤੇ ਇਹ ਦਵਰਕੀ ਜਿਹੜੀ ਆ ਇਹ ਮੇਰੇ ਕੋਲ ਇੱਥੇ ਪ੍ਰਿੰਟ ਪਈ ਹੈਗੀ ਆ। ਇੰਡੀਆ 'ਚ ਇਹਦੀ 10,000 ਕਾਪੀ ਜਿਹੜੀ ਆ ਉਹ ਛਪਾ ਕੇ ਅਸੀਂ ਭੇਜੀ ਹੋਈ ਆ। ਬਹੁਤ ਗਿਣਤੀ ਵੰਡੀ ਜਾ ਚੁੱਕੀ ਹੈ, ਥੋੜ੍ਹੀ ਬਹੁਤ ਜਿਹੜੀ ਆ ਉਹ ਅੱਜ ਵੰਡੀ ਜਾਏਗੀ। ਉੱਥੇ ਦਿੱਲੀ ਬਾਰਡਰਾਂ 'ਤੇ ਉੱਥੇ ਲੈ ਕੇ ਗਏ ਹੋਏ ਨੇ, ਪਿੰਡਾਂ 'ਚ ਪਹਿਲਾਂ ਵੰਡੀ ਗਈ ਆ, ਲੁਧਿਆਣਾ ਜ਼ਿਲ੍ਹੇ 'ਚ ਖਾਸ ਕਰਕੇ। ਤੇ ਮੇਰੇ ਆਪਣੇ ਪਿੰਡ ਵੀ ਸਾਥੀ ਗੁਰਭੇਜ ਸਿੱਧੂ ਹੋਣਾ ਨੇ
ਹੁਕਮ ਕੀਤਾ ਸੀ ਤੇ ਉਹਨਾਂ ਦੇ ਵੀ ਪਹੁੰਚਾਈ ਗਈ ਸੀਗੀ। ਤੇ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ, ਗੁਰਵਿੰਦਰ ਰੋਮੀ ਦਾ ਪਹਿਲਾਂ ਪ੍ਰੋਗਰਾਮ ਸੀ ਦਿੱਲੀ, ਉਹ ਲੈ ਕੇ ਗਿਆ 1000-1500 ਦੇ ਕਰੀਬ ਪੈਂਫਲੇਟ ਜਿਹੜੇ ਉਹ ਵੰਡ ਕੇ ਗਏ ਨੇ ਉੱਥੇ। ਤੇ ਉਹਦਾ ਸਾਡਾ ਮਕਸਦ ਕੀ ਸੀ? ਮਕਸਦ ਇਹੋ ਹੀ ਸੀ ਕਿ ਜੋ ਭਗਤ ਸਿੰਘ ਹੋਰਾਂ ਨੇ ਉਸ ਮੌਕੇ ਚਾਹਿਆ ਸੀ, ਜਿਹੜੀ ਲੜਾਈ ਉਹਨਾਂ ਨੇ ਸ਼ੁਰੂ ਕੀਤੀ ਸੀ, ਅੱਜ ਦੇ ਵਿੱਚ ਆਪਾਂ ਨੂੰ ਇਹੀ ਸਮਝਣ ਦੀ ਲੋੜ ਹੈ ਕਿ ਉਹ ਜਿਹੜੀ ਲੜਾਈ ਹੈਗੀ ਆ ਉਹ ਬਿਨਾਂ ਰੋਕ ਜਾਰੀ ਹੈ, ਅੱਜ ਵੀ ਜਾਰੀ ਆ ਜਿਵੇਂ ਉਸ ਤਰ੍ਹਾਂ ਸੀਗੀ। ਤੇ ਇਹ ਜਿਹੜੀ ਲੜਾਈ ਹੈਗੀ ਆ, ਜਦੋਂ ਇਹ ਸੰਘਰਸ਼ ਸ਼ੁਰੂ ਹੋਇਆ ਤੇ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਨੇ ਉਸੇ ਮੌਕੇ ਦੱਸਤਾ ਸੀ ਕਿ ਲੜਾਈ ਲੰਬੀ ਆ। ਕਿਉਂ ਦੱਸਿਆ ਸੀ? ਕਿ ਉਹਨਾਂ ਨੂੰ ਪਤਾ ਸੀ ਲੜਾਈ ਜਿਹੜੀ ਆ ਵਿਸ਼ਵ ਸਰਮਾਏਦਾਰੀ ਨਾਲ ਆ, ਜਿਹੜੀ ਦੁਨੀਆ ਭਰ ਦਾ ਜਿਹੜਾ ਕਾਰਪੋਰੇਟ ਵਰਲਡ ਆ, ਇਹ ਲੜਾਈ ਉਹਨਾਂ ਨਾਲ ਆ। ਉਹ ਜਿਹੜੇ ਕੁਛ ਚੱਕ ਲੋ ਰੱਖ ਲੋ ਵਾਲੇ ਸੀ, ਜਿਹਨੂੰ ਲੱਗਦਾ ਕਿ ਇੱਥੇ ਝੰਡਾ ਚਲਾਤਾ ਉੱਥੇ ਝੰਡਾ ਚਲਾਤਾ ਤਾਂ ਬਸ ਗੱਲ ਹੋ ਜਾਣੀ ਆ। ਉਹਦਾ ਕਾਰਨ ਕੀ? ਕਿਉਂਕਿ ਸਿਧਾਂਤ ਨਹੀਂ ਹੈ, ਸਿਧਾਂਤ ਵਿਹੂਣੇ ਲੋਕ ਨੇ। ਜਦੋਂ ਸਿਧਾਂਤ ਵਿਹੂਣੀਆਂ ਗੱਲਾਂ ਕਰਾਂਗੇ, ਸਿਧਾਂਤ ਨਹੀਂ ਹੋਏਗਾ ਤਾਂ ਇਸੇ ਤਰ੍ਹਾਂ ਹੁੰਦਾ ਕਿ ਸਾਨੂੰ ਲੱਗਦਾ ਬਸ ਇੱਥੇ ਜਾ ਕੇ ਆਹ ਕੀਤਾ ਤੇ ਹੋ ਜਾਣਾ, ਉੱਥੇ ਜਾ ਕੇ ਉਹ ਕੀਤਾ ਹੋ ਜਾਣਾ। ਜਦੋਂ ਅਸੀਂ ਉਹਨੂੰ ਸਮਝਦੇ ਨੇ ਕਿ ਇਹ ਕਾਨੂੰਨ ਆਏ ਕਿੱਥੋਂ ਨੇ, ਆਏ ਕਿਵੇਂ ਨੇ, ਉਹ ਇੱਕਦਮ ਨਹੀਂ ਆ ਗਏ, ਰਾਤੋਂ ਰਾਤ ਨਹੀਂ ਆ ਗਏ। ਮੋਦੀ ਨੇ ਕਿਤੇ ਬੋਝੇ ਚੋਂ ਕੱਢ ਕੇ ਨਹੀਂ ਰੱਖ ਦਿੱਤੇ, ਜਿਹੜੇ ਉਹਦੀ ਜੇਬ 'ਚ ਪਏ ਸੀ। ਇਹਨਾਂ ਦੀ ਜਿਹੜੀ ਆ ਨੀਂਹ ਆ ਉਹ 90 ਦੇ ਕਰੀਬ 1990 ਦੇ ਕਰੀਬ ਵਿੱਚ ਮਨਮੋਹਨ ਸਿੰਘ ਦੇ ਵਿੱਤ ਮੰਤਰੀ ਹੋਣ ਵੇਲੇ ਰੱਖੀ ਗਈ ਸੀ। ਗੈਟ ਸਮਝੌਤਾ, ਡੰਕਲ ਤਜਵੀਜ਼ਾਂ, ਇਹ ਕਾਨੂੰਨ ਉਹਨਾਂ ਦੀ ਦੇਣ ਆ। ਤੇ ਕਿਸਾਨਾਂ ਨੂੰ ਇਹ ਗੱਲਾਂ ਪਤਾ ਸੀ, ਜਿਹੜੇ ਕਿਸਾਨ ਲੀਡਰ ਨੇ ਉਹਨਾਂ ਨੂੰ ਇਹ ਗੱਲਾਂ ਪਤਾ ਸੀ ਕਿ ਇਹ ਕਾਨੂੰਨ ਇਉਂ ਨਹੀਂ ਆ ਗਏ, ਇਹ ਉਹਨਾਂ ਦੇ ਕਰਕੇ ਆਏ ਨੇ। ਇਸ ਕਰਕੇ ਇਹਨਾਂ ਨੂੰ ਵਾਪਸ ਕਰਾਉਣਾ ਇੰਨਾ ਸੌਖਾ ਨਹੀਂ ਹੋਣਾ ਕਿ ਜਾ ਕੇ ਇੱਕ ਮੁਜ਼ਾਹਰਾ ਕੀਤਾ, ਇੱਕ ਘੇਰਾ ਪਾ ਲਿਆ ਜੀ ਪਾਰਲੀਮੈਂਟ ਨੂੰ, ਫਲਾਨਾ ਧਮਕੜਾ ਤੇ ਹੋ ਗਏ। ਇਹ ਇੰਝ ਨਹੀਂ ਹੋਣਾ। ਤੇ ਉਹਨੇ ਇਹ ਗੱਲ ਕਿਵੇਂ ਸੋਚ ਲਈ ਸੀ? ਕਿਉਂਕਿ ਉਹਨਾਂ 'ਚ ਆ ਭਗਤ ਸਿੰਘ ਵਾਲੀ ਜਿਹੜੀ ਆ ਰੁਚੀ ਆ, ਉਹ ਇਤਿਹਾਸ ਨੂੰ ਦੇਖਦੇ ਨੇ, ਪੜ੍ਹਦੇ ਨੇ, ਦੁਨੀਆ ਭਰ 'ਚ ਹੁੰਦੀਆਂ ਘਟਨਾਵਾਂ ਜਿਹੜੀਆਂ ਨੇ ਉਹਨਾਂ 'ਤੇ ਨਿਗਾਹ ਰੱਖਦੇ ਨੇ, ਉਹਨਾਂ ਬਾਰੇ ਆਪਣਾ ਨਜ਼ਰੀਆ ਜਿਹੜਾ ਉਹਨਾਂ ਤੋਂ ਬਣਾਉਂਦੇ ਨੇ। ਤੇ ਜਦੋਂ, ਤੇ ਮੈਂ ਤਾਂ ਸਭ ਨੂੰ ਕਹਿੰਦਾ ਨਾ ਕਿ ਸਭ ਤੋਂ ਸੌਖਾ ਤਰੀਕਾ, ਬੜੀਆਂ ਕਿਤਾਬਾਂ ਨੇ, ਕਾਰਲ ਮਾਰਕਸ ਦੀ ਹੈਗੀ ਆ ਦਾਸ ਕੈਪੀਟਲ, ਦਾ ਕੈਪੀਟਲ, ਦਾਸ ਵੀ ਕਹਿੰਦੇ ਨੇ, ਸਰਮਾਇਆ ਪੰਜਾਬੀ 'ਚ ਵੀ ਛਪ ਚੁੱਕੀ ਆ, ਹੋਰ ਅਨੇਕਾਂ ਨੇ। ਪਰ ਜੇ ਤੁਸੀਂ ਆਪਣੀ ਘੱਟੋ ਘੱਟ ਸਮਝ ਵਿਕਸਿਤ ਕਰ ਰਹੇ ਹੋ, ਘੱਟੋ ਘੱਟ ਸਮਝ, ਜ਼ਿਆਦਾ ਨਹੀਂ, ਬਹੁਤਾ ਲੰਬਾ ਚੌੜਾ ਨਹੀਂ, ਘੱਟੋ ਘੱਟ ਬੇਸਿਕ ਸਮਝ ਹੀ ਪੈਦਾ ਕਰਨੀ ਆ ਤੇ ਆਪਾਂ ਵਰਤਾਰਿਆਂ ਨੂੰ ਸਮਝਣ ਦੀ, ਤੇ ਸਿਰਫ ਭਗਤ ਸਿੰਘ ਨੂੰ ਪੜ੍ਹ ਲਓ, ਇਕੱਲੇ ਭਗਤ ਸਿੰਘ ਨੂੰ ਪੜ੍ਹ ਲਓ, ਭਗਤ ਸਿੰਘ ਦੀ ਜੇਲ੍ਹ ਡਾਇਰੀ ਪੜ੍ਹ ਲਓ, ਭਗਤ ਸਿੰਘ ਹੋਰਾਂ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਉਹਨਾਂ ਨੇ ਇੱਕ ਕਿਤਾਬ ਲਿਖੀ ਸੀ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ, ਉਹ ਪੜ੍ਹ ਲਓ। ਪ੍ਰੋਫੈਸਰ ਮਲਵਿੰਦਰਜੀਤ ਸਿੰਘ ਵੜੈਚ, ਜਿਹੜੇ ਇਤਿਹਾਸ 'ਤੇ ਬੜਾ ਖੋਜੀ ਤਰੀਕੇ ਨਾਲ ਕੰਮ ਕਰਦੇ ਨੇ, ਕਿਤਾਬਾਂ ਲਿਖੀਆਂ ਨੇ। ਪ੍ਰੋਫੈਸਰ ਚਮਨ ਲਾਲ ਜੀ, ਜਿਹੜੇ JNU ਦੇ ਸਾਬਕਾ ਪ੍ਰੋਫੈਸਰ ਨੇ, ਉਹ ਨੇ, ਹੋਰ ਅਨੇਕਾਂ ਨੇ। ਮੈਂ ਕੁਛ ਇੱਕ ਨਾਂ ਗਿਣੇ ਨੇ, ਵੈਸੇ ਇਹਨਾਂ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਇਹ ਪੜ੍ਹਨੀਆਂ ਨੇ। ਮੇਰਾ ਭਾਵ ਹੈ ਕਿ ਜੇ ਤੁਸੀਂ ਉਹ ਕਿਤਾਬਾਂ ਪੜ੍ਹ ਲਵੋ ਤੇ ਫਿਰ ਜਦੋਂ ਇਹੋ ਜਿਹਾ ਕੁਛ ਵੀ ਹੋਏਗਾ ਦੁਨੀਆ 'ਚ ਕਿਤੇ ਵੀ, ਇੰਡੀਆ, ਪੰਜਾਬ, ਕਿਤੇ ਵੀ, ਤੇ ਤੁਹਾਨੂੰ ਉਹ ਗੱਲਾਂ ਨੂੰ ਸਮਝਣ ਦੇ ਵਿੱਚ ਦਿੱਕਤ ਨਹੀਂ ਆਊਗੀ, ਤੁਸੀਂ ਉਹਨੂੰ ਸੌਖਿਆਂ ਸਮਝ ਲਓਗੇ। ਨਹੀਂ ਤੇ ਕੀ ਹੋਣਾ ਕਿ ਹਰ ਸਾਲ 2, 4, 5 ਸਾਲੀ ਕੋਈ ਨਾ ਕੋਈ ਉੱਠਦਾ, ਪੀਲੇ ਰੰਗ ਦੀ ਪੱਗ ਬੰਨ੍ਹਦਾ, ਤੁਰਲਾ ਜਿਹਾ ਛੱਡ ਕੇ, ਜਿੱਦਾਂ ਮੈਂ ਛੱਡਿਆ ਹੋਇਆ ਇਹ ਛੱਡ ਕੇ, ਤੇ ਭਗਤ ਸਿੰਘ ਦੀ ਸਮਾਧ ਤੇ ਪਹੁੰਚ ਜਾਂਦੇ ਖੜਕੜ ਕਲਾਂ। ਉੱਥੇ ਜਾ ਕਹਿੰਦੇ ਲੈ ਵੀ ਬਸ ਅਸੀਂ ਲੱਗੇ, ਹੁਣ ਇਨਕਲਾਬ ਆਊਗਾ। ਇਹ ਮੈਨੂੰ ਯਾਦ ਆ ਖਰੇ 2012-13 ਦੇ ਲਾਗੇ ਛਾਗੇ ਜਾਂ ਖਰੇ 10 ਦੀ ਗੱਲ ਆ। ਇਹ ਮਨਪ੍ਰੀਤ ਬਾਦਲ ਤੇ ਝੰਡਾ ਅਮਲੀ, ਉਦੋਂ ਇਹ ਦੋਨੋਂ ਇਕੱਠੇ ਹੋ ਕੇ ਉੱਥੇ ਗਏ ਸੀ ਬਸ। ਤੇ ਸਾਡੇ ਵਿਦੇਸ਼ਾਂ 'ਚ ਬੈਠੇ ਜਿਹੜੇ NRI ਭਰਾ ਨੇ, ਉਹਨਾਂ ਦਾ, ਹੁਣ ਇੱਥੇ ਮੈਂ ਇੱਕ ਗੱਲ ਸਪਸ਼ਟ ਕਰ ਦਿਆਂ ਕਿ ਉਹਨਾਂ 'ਚ ਨੁਕਸ ਨਹੀਂ ਹੈਗਾ, ਮੀਨਸ ਕਿ ਉਹਨਾਂ 'ਚ ਇਹ ਨੁਕਸ ਨਹੀਂ ਹੈਗਾ ਕਿ ਉਹ ਕੀ ਚਾਹੁੰਦੇ ਨੇ। ਉਹ ਐਕਚੁਅਲੀ ਪੰਜਾਬ ਦਾ, ਸਮਾਜ ਦਾ ਭਲਾ ਚਾਹੁੰਦੇ ਨੇ। ਪਰ ਕਿਉਂਕਿ ਉਹਨਾਂ ਨੇ ਭਗਤ ਸਿੰਘ ਨੂੰ ਪੜ੍ਹਿਆ ਨਹੀਂ, ਕਿਉਂਕਿ ਉਹ ਭਗਤ ਸਿੰਘ ਨੂੰ ਪੜ੍ਹਦੇ ਨਹੀਂ, ਤੇ ਇਸੇ ਕਰਕੇ ਉਹਨਾਂ ਨੂੰ ਬਰਗਲਾਉਣਾ, ਉਹਨਾਂ ਨੂੰ ਗੁੰਮਰਾਹ ਕਰਨਾ ਬਸ ਸੌਖਾ। ਪਰ ਜਦੋਂ ਤੁਸੀਂ ਉਹਨਾਂ ਨੂੰ ਭਗਤ ਸਿੰਘ ਦੀਆਂ ਗੱਲਾਂ ਵੱਲ ਨੂੰ ਤੋਰਨ ਨੂੰ ਕਰੋਗੇ, ਤੁਸੀਂ ਇੱਕ ਉਹੀ NRI ਜਿਹੜੇ ਨੇ ਉਹ ਠੰਡੇ ਪੈ ਜਾਣਗੇ, ਕਿਉਂਕਿ ਇਹ ਔਖਾ ਕੰਮ ਆ, ਇਹਨੂੰ ਪੜ੍ਹਨਾ ਔਖਾ ਕੰਮ ਆ, ਪੜ੍ਹ ਕੇ ਸਮਝ ਕੇ ਗੱਲ ਕਰਨੀ ਥੋੜ੍ਹਾ ਔਖਾ ਆ।
ਇੰਨਾ ਵੀ ਔਖਾ ਨਹੀਂ, ਥੋੜਾ ਜਿਹਾ ਔਖਾ ਸ਼ੁਰੂ ਚ ਲੱਗਦਾ। ਤੂੰ ਉਹ ਛੱਡ ਯਾਰ, ਬਸ ਉਹ ਲੈ ਆਉਣਾ, ਮਨਪ੍ਰੀਤ ਨੇ ਲੈ ਆਉਣਾ ਇਨਕਲਾਬ, ਗੱਲ ਖਤਮ, ਆਪਾਂ ਨੂੰ ਪੈਸੇ ਭੇਜ ਦੇਣੇ ਆ, ਗੱਲ ਮੁੱਕ ਗਈ, ਸੌਖਾ ਤਰੀਕਾ। ਉਹ ਤਾਂ ਨਹੀਂ ਬਣੀ। ਫਿਰ ਝੰਡੇ ਨੇ ਸੋਚਿਆ ਕਿ ਚੱਲ ਹੁਣ ਮਨਪ੍ਰੀਤ ਰਾਹੀਂ ਤੇ ਗੱਲ ਨਹੀਂ ਬਣੀ, ਉਹਦਾ ਵੀ ਹੁਣ ਆਪਾਂ ਇਨਕਲਾਬ ਦੁਬਾਰਾ ਤੋਂ ਪੱਗ ਫੇਰ ਪੁਲੀ ਬੰਨ੍ਹਦੇ ਆ ਕਰੀ, ਫੇਰ ਪੁਲੀ ਪੱਗ ਬੰਨ੍ਹ ਕੇ ਹੁਣ ਆਪਾਂ ਝਾੜੂ ਚੱਕਦੇ ਆ, ਇਹ ਨਾ ਲੈ ਆਉਣਾ। ਤੇ ਉਹ ਫਿਰ ਉਹ ਝਾੜੂ ਚੱਕ ਕੇ ਤੁਰ ਪਿਆ, ਐਮਪੀ ਬਣ ਕੇ ਆਪਣਾ ਸਰਟੀਫਿਕੇਟ ਜਿਹਾ ਲੈ ਕੇ ਉੱਥੇ ਪਹੁੰਚ ਗਿਆ, ਮੱਥਾ ਟੇਕਣ ਦਾ ਭਗਤ ਸਿੰਘ ਦੀ ਜਿਹੜੀ ਸੁਖਣਾ ਸੁਖੀ ਸੀ ਉਹ ਪੂਰੀ ਕਰਾਂਦੀ ਕਿ ਭਗਤ ਸਿੰਘ ਆ ਲੈ ਬਈ, ਮੈਂ ਐਮਪੀ ਬਣ ਗਿਆ, ਤੇਰਾ ਨਾਂ ਲੈ ਕੇ ਗੱਲ ਖਤਮ ਹੋਣ ਨਾਲ, ਤੇਰੀ ਮੇਰੀ ਸਤਿ ਸ੍ਰੀ ਅਕਾਲ। ਠੀਕ ਹੈ, ਕਿਉਂਕਿ ਵਿਚਾਰਾਂ ਦੀ ਤਾਂ ਆਪਣੀ ਸਾਂਝ ਨਹੀਂ ਹੈਗੀ। ਸੋ ਇਹ ਗੱਲਾਂ ਮੈਂ ਥੋੜ੍ਹੀਆਂ ਮਜ਼ਾਕੀਆ ਲਹਿਜੇ 'ਚ ਵੀ ਕਰਦਾ ਪਿਆ, ਪਰ ਇਹ ਮਜ਼ਾਕੀਆ ਨਹੀਂ ਹੈਗੀਆਂ। ਤੁਹਾਨੂੰ ਲੱਗਦੀਆਂ ਹੋਣਗੀਆਂ ਕਿ ਮੈਂ ਮਜ਼ਾਕ ਕਰਦਾ ਪਿਆ, ਇਹ ਮਜ਼ਾਕੀਆ ਨਹੀਂ ਹੈ। ਇਹਦੇ ਕਾਰਨ ਇੰਨਾ ਹੀ ਹੈ ਕਿ ਅਸੀਂ ਵਾਰ-ਵਾਰ ਜ਼ੋਰ ਦਿੰਦੇ ਹਾਂ ਕਿ ਇਹਨੂੰ ਪੜ੍ਹੋ, ਅਤੇ ਉਹਦੇ ਜਨਮ ਦਿਨ ਦੇ ਉੱਤੇ ਸਾਡੇ ਵੱਲੋਂ ਜਿਹੜਾ ਪਰਚਾ ਛਪਾ ਕੇ ਵੰਡਿਆ ਜਾਣਾ, ਉਹ ਇਹ ਇਸੇ ਗੱਲ ਦਾ ਸੰਕੇਤ ਆ ਕਿ ਅਸੀਂ ਉਹ 'ਚ ਭਗਤ ਸਿੰਘ ਦੇ ਜਿਹੜੇ ਕੁਛ ਇੱਕ ਚੁਣਿੰਦਾ ਵਿਚਾਰ ਜਿਹੜੇ ਰੱਖੇ ਸੀ, ਉਹ ਵਿਚਾਰ ਇਸ ਗੱਲ ਦੇ ਆਲੇ ਦੁਆਲੇ ਘੁੰਮਦੇ ਸੀ ਕਿ ਸਮਾਜ ਕਿਹੋ ਜਿਹਾ ਹੋਵੇ, ਕੀ ਕਰਨਾ, ਕਿੱਦਾਂ ਦੀ ਸਰਕਾਰ ਹੋਣੀ ਚਾਹੀਦੀ ਆ। ਅਤੇ ਉਹ ਉਹਨਾਂ ਦਾ ਕਹਿਣਾ ਸੀ ਕਿ ਜਿਹੜੀ ਆਜ਼ਾਦੀ ਆ, ਗੋਰਿਆਂ ਤੋਂ ਆਜ਼ਾਦੀ ਸਾਡਾ ਪਹਿਲਾ ਕਦਮ ਆ। ਬਿਲਕੁਲ ਸਾਨੂੰ ਆਜ਼ਾਦੀ ਚਾਹੀਦੀ ਆ, ਬਟ ਸਾਨੂੰ ਸਿਰਫ ਆਜ਼ਾਦੀ ਨਹੀਂ ਚਾਹੀਦੀ। ਅਤੇ ਜਿਹੜੇ ਆਪਣੇ ਕਾਲੇ ਅੰਗਰੇਜ਼ ਸੀ, ਗਾਂਧੀ ਨਹਿਰੂ ਵਰਗੇ, ਉਹ ਵੀ ਆਜ਼ਾਦੀ ਲਈ ਲੜਦੇ ਪਏ ਸੀ, ਪਰ ਉਹ ਸਿਰਫ ਆਜ਼ਾਦੀ ਲਈ ਲੜਦੇ ਸੀ ਕਿ ਬਸ ਸਾਨੂੰ ਆਜ਼ਾਦੀ ਚਾਹੀਦੀ ਆ, ਮੀਨਜ਼ ਲੋਕਾਂ ਨੂੰ ਲੁੱਟਣ ਦੀ, ਭਾਰਤ ਨੂੰ ਆਪਣਾ ਗੁਲਾਮ ਬਣਾ ਕੇ ਰੱਖਣ ਦੀ, ਇਹ ਜਿਹੜਾ ਡਿਊਟੀ ਗੋਰਿਆਂ ਕੋਲ ਹੈ ਨਾ, ਇਹ ਸਾਨੂੰ ਦੇ ਦਿਓ ਬਸ, ਤੇ ਤੁਸੀਂ ਜਾਓ, ਇਹ ਤੋਂ ਤੁਹਾਡਾ ਕੰਮ ਅਸੀਂ ਕਰ ਲਵਾਂਗੇ। ਉਹਨਾਂ ਲੋਕਾਂ ਨੂੰ ਬੇਵਕੂਫ ਬਣਾਉਣਾ, ਲੁੱਟਣਾ ਨਾ, ਕੋਈ ਨਹੀਂ, ਛੱਡੋ ਅਸੀਂ ਲੁੱਟ ਲਵਾਂਗੇ, ਹੁਣ ਅਸੀਂ ਸਿੱਖ ਲਿਆ ਤਰੀਕੇ ਤੁਹਾਡੇ ਕੋਲੋਂ। ਅਤੇ ਇਹੋ ਹੀ ਕੀਤਾ ਉਹਨਾਂ ਨੇ। ਅਤੇ ਭਗਤ ਸਿੰਘ ਅਤੇ ਉਹਨਾਂ ਦੇ ਵਿਚਾਰਾਂ 'ਚ ਇਸੇ ਹੀ ਗੱਲ ਦਾ ਫਰਕ ਸੀ ਕਿ ਭਗਤ ਸਿੰਘ ਆਜ਼ਾਦੀ ਤੋਂ ਅੱਗੇ ਵੀ ਦੱਸਦਾ ਸੀ ਕਿ ਜਦੋਂ ਆਜ਼ਾਦੀ ਆ ਗਈ, ਅੱਗੇ ਕੀ ਕਰਨਾ ਪੈਣਾ, ਸੰਘਰਸ਼ ਕਰਨੇ ਪੈਣੇ ਨੇ, ਸਾਨੂੰ ਉਦੋਂ ਤੱਕ ਕਰਨੇ ਪੈਣੇ ਨੇ ਜਦੋਂ ਤੱਕ ਲੋਕ ਪੱਖੀ ਸਮਾਜ, ਜਿਹੜਾ ਸਮਾਜਵਾਦੀ ਸਮਾਜ ਦੀ ਸਥਾਪਨਾ ਨਹੀਂ ਹੋ ਜਾਂਦੀ। ਹੁਣ 75-70 ਜਿੰਨੇ ਸਾਲ ਲੰਘਣ ਤੋਂ ਬਾਅਦ ਹੈ ਕੋਈ ਮਾਈ ਦਾ ਲਾਲ ਜਿਹੜਾ ਇਹ ਦੱਸ ਸਕੇ ਕਿ ਭਗਤ ਸਿੰਘ ਦੀ ਉਸ ਮੌਕੇ ਦੀ ਜਿਹੜੀ ਮੰਗ ਆ ਉਹ ਗਲਤ ਸੀ? ਕੋਈ ਕਹਿ ਸਕਦਾ? ਇਹ 75-77 ਸਾਲਾਂ ਦੇ ਸ਼ਾਸਨ ਜਿਹੜਾ ਹੈ, ਉਹਨੇ ਇਹ ਸਾਬਤ ਕਰਤੀ ਆ ਕਿ ਭਗਤ ਸਿੰਘ ਦਾ ਜਿਹੜਾ ਹੋਕਾ ਸੀ ਉਹੀ ਸਹੀ ਸੀ, ਉਹੀ ਹੋਣਾ ਚਾਹੀਦਾ ਸੀ। ਕਿਉਂਕਿ ਉਹ ਨਹੀਂ ਹੋਇਆ ਅਤੇ ਦੇਸ਼ ਦੀ ਜਿਹੜੀ ਹਾਲਤ ਆ ਉਹ ਦਿਨੋਂ ਦਿਨ ਥੱਲੇ ਨੂੰ ਗਈ ਆ। ਅਤੇ ਇਸ ਲਈ ਅਸੀਂ ਵਾਰ-ਵਾਰ ਇਹ ਸੁਨੇਹਾ ਦਿੰਦੇ ਆਪਣੇ ਮੰਚ ਵੱਲੋਂ। ਅਤੇ ਜਿਹੜਾ ਪੈਂਫਲੇਟ ਜਿਹੜਾ ਵੰਡਿਆ, ਇਹ ਪੇਪਰ ਰੂਪ ਦੇ ਵਿੱਚ ਅੱਜ ਵੀ ਦਿੱਲੀ ਦੇ ਬਾਰਡਰਾਂ 'ਤੇ ਅਵੇਲੇਬਲ ਪਿਆ ਹੈਗਾ, ਅਜੇ ਜਿੰਨੀਆਂ ਕਾਪੀਆਂ ਬਚਦੀਆਂ ਨੇ। ਇਸ ਤੋਂ ਇਲਾਵਾ ਇਹਦੀ PDF ਸਾਡੇ ਕੋਲ ਹੈਗੀ ਆ, ਜਿਹਨੂੰ PDF ਦੀ ਲੋੜ ਹੋਵੇ PDF ਦੇ ਦਿਆਂਗੇ। JPG ਦੇ ਵਿੱਚ ਫਿਰ ਇਹਦੀਆਂ 4 ਬਣ ਜਾਂਦੀਆਂ ਨੇ, ਕਿ ਉਹ 4 ਪੇਜ ਨੇ, ਇੱਕ ਪੇਜ ਸਾਰਾ ਕੁਛ ਮੇਰੀ ਟਾਈਮਲਾਈਨ 'ਤੇ ਵੀ ਪਿਆ ਹੈਗਾ ਆ। ਅਤੇ ਪਰ ਜੇ ਕਿਸੇ ਨੂੰ ਵੈਸੇ ਲੋੜ ਹੈ, ਸਾਨੂੰ WhatsApp ਰਾਹੀਂ, ਜਿਵੇਂ ਵੀ ਸਾਨੂੰ ਤੁਸੀਂ, ਸਾਡੇ 'ਚੋਂ ਕਿਸੇ ਵੀ ਸਾਥੀ ਨੂੰ ਇਹਦੇ ਉੱਤੇ ਪੈਂਫਲੇਟ ਦਾ ਜਿਹੜਾ ਹੈਗਾ, ਉਹਦੇ 'ਤੇ ਨੰਬਰ ਵੀ ਹੈਗੇ ਨੇ ਸਾਡੇ, ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਅਤੇ ਅਸੀਂ ਉਸ ਸਭ ਤੱਕ ਜਿਹੜਾ ਪਹੁੰਚਦਾ ਕਰ ਦਿਆਂਗੇ। ਇਹਦੇ ਵਿੱਚ ਭਗਤ ਸਿੰਘ ਹੋਣੀ ਇਨਕਲਾਬ ਜਿੰਦਾਬਾਦ ਦੇ ਨਾਅਰੇ ਦੀ ਗੱਲ ਵੀ ਕਰਦੇ ਨੇ। ਕਿਹੜਾ ਇਨਕਲਾਬ ਜਿੰਦਾਬਾਦ ਦਾ ਜਿਹੜਾ ਨਾਅਰਾ ਹੈ ਨਾ, ਉਹ ਐਵੇਂ ਨਹੀਂ ਲਾ ਦਿੱਤਾ ਜਾਣਾ ਚਾਹੀਦਾ, ਉਹਦੀ ਦੁਰਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। ਇਨਕਲਾਬ ਜਿੰਦਾਬਾਦ ਦਾ ਨਾਅਰਾ ਜਿਹੜਾ, ਉਹਦੇ ਨਾਲ ਹੀ ਇੱਕ ਅਗਲਾ ਨਾਅਰਾ ਜੁੜਿਆ ਹੋਇਆ, ਸਾਮਰਾਜਵਾਦ ਮੁਰਦਾਬਾਦ। ਇਹ ਜਦੋਂ ਦੋ ਨਾਅਰਿਆਂ ਨੂੰ ਜੋੜ ਕੇ ਦੇਖਦੇ ਹਾਂ, ਜੋੜ ਕੇ ਲਗਾਉਂਦੇ ਹੋ, ਫਿਰ ਹੀ ਇਹ ਸੰਪੂਰਨ ਹੁੰਦੇ ਨੇ। ਅਦਰਵਾਈਜ਼ ਜਿਹੜੀ ਮੈਂ ਗੱਲ ਪਹਿਲਾਂ ਕਰਕੇ ਹਟਿਆ, ਇਨਕਲਾਬ ਜਿੰਦਾਬਾਦ ਤਾਂ ਉਹ ਵੀ ਕਰੀ ਜਾਂਦੇ ਨੇ। ਅਤੇ ਜੇ ਅੱਜ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਆ, ਅਤੇ ਤੁਸੀਂ ਦੇਖੋਗੇ ਕੁਛ ਇੱਕ ਨੌਜਵਾਨ ਜਿਹੜੇ ਜੁੜੇ ਅਤੇ ਪੋਲੀਟੀਕਲ ਤੌਰ 'ਤੇ, ਰਾਜਨੀਤੀ ਤੌਰ 'ਤੇ ਉਹ ਕਾਂਗਰਸ ਨਾਲ ਜੁੜੇ ਹੋਣਗੇ, ਪਰ ਤੁਸੀਂ ਦੇਖੋ ਚਿੱਟੇ ਕੁੜਤੇ ਅਤੇ ਪੀਲੀਆਂ ਪੱਗਾਂ ਬੰਨ੍ਹ ਕੇ ਅੱਜ ਉਹ ਵੀ ਭਗਤ ਸਿੰਘ ਜਿੰਦਾਬਾਦ, ਇਨਕਲਾਬ ਜਿੰਦਾਬਾਦ ਕਰਦੇ ਦੇਖ ਕੇ ਆਉਣਗੇ ਤੁਹਾਨੂੰ। ਜਿਹਦਾ ਇੰਨਾ ਕੁ ਪੱਖ ਤਾਂ ਚੰਗਾ ਕਿ ਉਹਨਾਂ ਨੂੰ ਸਟਿਲ ਲੱਗਦਾ ਕਿ ਭਗਤ ਸਿੰਘ ਜਿਹੜਾ ਆ, ਉਹਨੂੰ ਸਾਨੂੰ ਫੋਲੋ ਕਰਨਾ, ਜਾਂ ਉਹਨੂੰ ਸਾਡਾ ਸਤਿਕਾਰਤ ਆ, ਸਾਡਾ ਹੀਰੋ ਆ। ਪਰ ਕਿਉਂਕਿ ਉਹਨਾਂ ਦੀ ਜਿਹੜੀ ਆ ਰਾਜਨੀਤਿਕ ਸਮਝ ਨਹੀਂ ਹੈਗੀ, ਇਸੇ ਕਰਕੇ ਜੇ ਉਹਨਾਂ ਕੋਲ ਰਾਜਨੀਤਿਕ ਸਮਝ ਹੋਵੇ ਅਤੇ ਹੋਰ ਨਹੀਂ ਕੁਛ, ਤਾਂ ਘੱਟੋ ਘੱਟ ਕਾਂਗਰਸ ਨਾਲ ਨਹੀਂ ਜੁੜੇ ਹੋਣੇ ਚਾਹੀਦੇ। BJP ਵਗੈਰਾ ਦੀ ਤਾਂ ਗੱਲ ਹੀ ਛੱਡ ਦਿਓ, ਉਹਨਾਂ ਤਾਂ ਕੋਈ ਤੁੱਕ ਹੀ ਨਹੀਂ ਬਣਦੀ।
ਮੈਂ ਦੂਜੀਆਂ ਪਾਰਟੀਆਂ 'ਚੋਂ ਗੱਲ ਕਰਦਾ, ਬੀਜੇਪੀ ਨੂੰ ਛੱਡ ਕੇ। ਬੀਜੇਪੀ ਨੂੰ ਤਾਂ ਇੱਕ ਪਾਸੇ ਰੱਖ ਦਿਓ, ਉਹ ਤਾਂ ਗੰਦ ਦਾ ਟੋਕਰਾ ਬਿਲਕੁਲ, ਉਹਦੀ ਤਾਂ ਨਾਂ ਲੈਣ ਦੀ ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਤੇ ਦੂਜਿਆਂ ਦੇ ਵਿੱਚੋਂ, ਤੇ ਫਿਰ ਉਹ ਲੋਕੀ ਉਹਨਾਂ ਨਾਲ ਜੁੜੇ ਨਹੀਂ ਹੋਣ ਜਿਨ੍ਹਾਂ ਨੂੰ ਹੋਵੇ। ਸੋ ਮੈਂ ਉਹਨਾਂ ਨੂੰ ਖਾਸ ਕਰ ਬੇਨਤੀ ਕਰਦਾ, ਜੁੜੇ ਰਹੋ ਜਿੰਨੀ ਦੇਰ ਤੁਹਾਡਾ ਚਾਅ ਪੂਰਾ ਹੁੰਦਾ ਕਰੋ, ਪਰ ਭਗਤ ਸਿੰਘ ਦੇ ਨਾਅਰੇ ਲਾਉਣ ਲਈ ਉਹਨੂੰ ਪੜ੍ਹੋ ਜ਼ਰੂਰ, ਉਹਦੇ ਪੈਂਫਲੇਟ ਪੜ੍ਹੋ, ਆਲੇ ਦੁਆਲੇ ਤੁਹਾਡੇ ਪਿੰਡਾਂ ਵਿੱਚੋਂ ਵੀ ਮਿਲ ਜਾਣੇ ਨੇ। ਸਾਡੇ ਪਿੰਡ 'ਚ ਲਾਇਬ੍ਰੇਰੀ ਬਣੀ ਹੋਈ ਆ, ਹੋਰ ਬੜੇ ਪਿੰਡਾਂ 'ਚ ਬਣੀਆਂ ਹੋਈਆਂ ਨੇ। ਤੇ ਉਸ ਲਾਇਬ੍ਰੇਰੀ ਦੇ ਵਿੱਚ ਮੈਂ ਪਿਛਲੇ ਸਮੇਂ 'ਚ, ਮੇਰੀ ਮੰਮੀ ਦੀ ਜਦੋਂ ਡੈਥ ਹੋਈ ਸੀ ਮਾਰਚ ਵਿੱਚ, ਤੇ ਮੈਂ ਕਿਤਾਬਾਂ ਦਾ ਬੰਡਲ ਉੱਥੇ ਭੇਜਿਆ, ਉਹ 'ਚ ਭਗਤ ਸਿੰਘ ਦੀਆਂ ਵੀ ਨੇ। ਈਵਨ ਜਿਹੜੀ ਕਿਤਾਬ ਮਹਿੰਗੀ ਹੋਣ ਕਰਕੇ ਲੋਕੀ ਨਹੀਂ ਖਰੀਦ ਸਕਦੇ, ਕਾਰਲ ਮਾਰਕਸ ਦੀ ਜਿਹੜੀ ਦਾ ਕੈਪੀਟਲ, ਸਰਮਾਇਆ, ਉਹ ਵੀ ਮੈਂ ਖਰੀਦ ਕੇ ਉੱਥੇ ਭੇਜੀ ਆ ਲਾਇਬ੍ਰੇਰੀ ਦੇ ਵਿੱਚ, ਤਾਂ ਕਿ ਜਿਹੜੇ ਚਾਹਵਾਨ ਜਿਹੜੇ ਲੋਕ ਹੈਗੇ ਨੇ ਉਹ ਉਹਨਾਂ ਨੂੰ ਪੜ੍ਹ ਸਕਣ। ਉਹ ਇਸ ਕਰਕੇ ਨਾ ਵਾਂਝੇ ਰਹਿ ਜਾਣ ਕਿ ਮੇਰੇ ਕੋਲ ਇੰਨੇ ਪੈਸੇ ਨਹੀਂ। ਉਹ 2000 ਰੁਪਏ ਦੇ ਕਰੀਬ ਉਹਦੀ ਕੀਮਤ ਆ। ਤੇ ਮੈਨੂੰ ਪਿੰਡ ਤੋਂ ਇੱਕ ਮੁੰਡੇ ਨੇ ਕਿਹਾ ਸੀ, ਕਹਿੰਦਾ ਕਿ ਭਾਜੀ ਮੈਂ ਪੜ੍ਹਨਾ ਤਾਂ ਚਾਹੁੰਦਾ, ਉਹ ਕਿਤਾਬ ਹੈ ਨਹੀਂ। ਤੇ ਮੇਰੇ ਉਹ ਗੱਲ ਦਿਮਾਗ ਵਿੱਚ ਸੀ, ਜਦੋਂ ਮੈਂ ਕਿਤਾਬਾਂ ਦੇਣੀਆਂ ਸੀ ਉੱਥੇ, ਤਾਂ ਉਹ ਗੱਲ ਮੇਰੇ ਦਿਮਾਗ ਵਿੱਚ ਬੈਠੀ ਸੀ ਕਿ ਮੈਂ ਉਹ ਕਿਤਾਬ ਜ਼ਰੂਰ ਐਡ ਕਰਨੀ ਹੈ ਵਿੱਚ, ਬਾਕੀ ਕਿਤਾਬਾਂ ਦੇ ਬੰਡਲ ਦੇ ਵਿੱਚ, ਤਾਂ ਕਿ ਘੱਟੋ ਘੱਟ ਉਹ ਜਿਹੜਾ ਜਿਹੜਾ ਮੇਰਾ ਸਾਥੀ, ਜਿਹੜਾ ਮੇਰਾ ਨੌਜਵਾਨ ਉਹਨੂੰ ਪੜ੍ਹਨਾ ਚਾਹੁੰਦਾ, ਉਹ ਇਸ ਕਰਕੇ ਵਾਂਝਾ ਰਹਿ ਰਿਹਾ ਕਿਉਂਕਿ ਉਹ ਅਫੋਰਡ ਨਹੀਂ ਕਰ ਸਕਦਾ। ਤੇ ਜੇ ਪਿੰਡ ਚੋਂ ਕੋਈ ਹੋਰ ਨਹੀਂ ਵੀ ਪੜੂ, ਮੈਨੂੰ ਇਹ ਪਤਾ ਸੀ ਇੱਕ ਪਾਠਕ ਉਹਦੀ ਉਡੀਕ ਕਰਦਾ ਪਿਆ ਉਸ ਕਿਤਾਬ ਦੀ, ਤੇ ਮੈਂ ਐਡ ਕੀਤੀ ਆ। ਤੇ ਇਸ ਤਰ੍ਹਾਂ ਭਗਤ ਸਿੰਘ ਦੀਆਂ ਕਿਤਾਬਾਂ ਲਈ ਤੁਹਾਨੂੰ ਦੂਰ ਨਹੀਂ ਜਾਣਾ ਪੈਣਾ। ਹਰ ਇੱਕ ਇਲਾਕੇ ਦੇ ਵਿੱਚ ਕਰੀਬ ਮੋਸਟ ਕਿਤਾਬਾਂ ਦੀਆਂ ਦੁਕਾਨਾਂ ਤੋਂ ਭਗਤ ਸਿੰਘ ਦੀ ਕਿਤਾਬ ਮਿਲ ਜਾਣੀ ਆ, ਉਹਨੂੰ ਪੜ੍ਹੋ। ਚਲੋ ਜੇ 'ਚ ਥੋੜ੍ਹੀ ਬਹੁਤੀ ਖੋਟ ਵੀ ਮਿਲ ਜਾਊਗੀ ਨਾ, ਫਿਰ ਵੀ ਉਹਦਾ ਬੜਾ ਕੁਝ ਅਸਲੀ ਉਹ 'ਚੋਂ ਮਿਲ ਜਾਣਾ। ਪਰ ਵਧੀਆ ਕਿਤਾਬਾਂ ਪੜ੍ਹਨ ਲਈ, ਜਿਨ੍ਹਾਂ ਦਾ ਮੈਂ ਪਹਿਲਾਂ ਜ਼ਿਕਰ ਕੀਤਾ, ਉਹ ਪੜ੍ਹੀਆਂ ਜਾ ਸਕਦੀਆਂ ਨਾ। ਜਾਂ ਸਾਡੇ ਨਾਲ ਸੰਪਰਕ ਕਰੋ, ਅਸੀਂ ਤੁਹਾਨੂੰ PDF ਭੇਜ ਦਿਆਂਗੇ, ਕੋਈ ਚੱਕਰ ਨਹੀਂ, ਜੋ ਵੀ ਹੈ। ਤੇ ਇੱਕ ਗੱਲ ਹੁਣੇ ਇਨਕਲਾਬ ਜਿੰਦਾਬਾਦ ਦੇ ਨਾਅਰੇ ਦੀ ਮੈਂ ਕਰਕੇ ਹਟਿਆ, ਇਹ 'ਚ ਪਿਛਲੇ ਕੁਝ ਸਮੇਂ ਤੋਂ ਮੈਂ ਦੇਖਿਆ ਜਿਹੜਾ ਮਾਰਕਸਵਾਦ ਆ, ਚਾਹੇ ਕਮਿਊਨਿਜ਼ਮ, ਖੱਬੇ ਪੱਖੀ ਜਿਹੜੀ ਧਿਰਾਂ ਨੇ, ਇਹਨਾਂ ਦੇ ਵਿੱਚ ਇੱਕ ਪੁਜਾਰੀ ਕਿਸਮ ਦਾ ਜਿਹੜਾ ਲਾਣਾ ਪੈਦਾ ਹੋ ਗਿਆ। ਉਹ ਲਾਣੇ ਨੇ ਕੀ ਸ਼ੁਰੂ ਕੀਤਾ ਹੈਗਾ ਆ, ਉਹਨਾਂ ਨੇ ਬਿਲਕੁਲ ਉਹੀ ਦੂਜਿਆਂ ਵਾਲੀ ਤਰਜ਼ ਤੇ, ਜਿਵੇਂ ਪੰਡਤਾਂ ਨੇ ਕੀਤਾ ਸੀ ਕਿ ਅਸੀਂ ਤੁਹਾਡੇ ਹੱਥ ਹੌਲੇ ਕਰਾਂਗੇ, ਅਸੀਂ ਤੁਹਾਨੂੰ ਦੱਸਾਂਗੇ ਕਿ ਅਸੀਂ ਤੁਹਾਨੂੰ ਜਿਹੜੇ ਸਲੋਕ ਦੱਸਾਂਗੇ, ਤੁਸੀਂ ਨਹੀਂ ਸਮਝਣੇ, ਤੁਹਾਨੂੰ ਸਮਝਣੇ ਨਹੀਂ ਦੇਣੇ। ਉਹਨਾਂ ਦੇ ਮਤਲਬ ਹੀ ਇਦਾਂ ਦੇ ਕਰ ਕਰਕੇ ਦੱਸਣੇ ਨੇ ਕਿ ਤੁਸੀਂ ਕਹੋ ਬਸ ਪੰਡਤ ਜੀ ਆ ਕੇ ਹਵਨ ਕਰ ਜਾਓ, ਧੂਆਂ ਧਾਂ ਕਰਕੇ ਸਾਡਾ ਘਰ ਸ਼ੁੱਧ ਕਰ ਜਾਓ। ਉਹੀ ਗੱਲ ਜਿਹੜੀ ਆ ਮੁੜ ਕੇ ਸਾਡੇ ਭਾਈਆਂ ਨੇ ਫੜ ਲਈ, ਕਿ ਭਾਈਆਂ ਦਾ ਵੀ ਇਹੋ ਹੀ ਆ ਕਿ ਉਹ ਕਰਕੇ ਪੂਰਾ ਗੁਰੂ ਗ੍ਰੰਥ ਸਾਹਿਬ ਪੜ੍ਹ ਦਿੱਤਾ ਜਾਂਦਾ ਆ। ਤੁਹਾਨੂੰ ਗਿਣਵੇਂ ਚੁਣਵੇਂ ਸ਼ਲੋਕ ਜਿਹੜੇ ਆ ਉਹ ਸੁਣਾਤੇ ਜਾਂਦੇ ਨੇ। ਪੂਰਾ ਜਿਹੜਾ ਪੜ੍ਹਨਾ, ਤੁਹਾਨੂੰ ਪੜ੍ਹਨ ਦਾ ਜਾਂ ਉਹਨੂੰ ਸਮਝਣ ਦਾ ਮੌਕਾ ਨਹੀਂ। ਤੇ ਜੇ ਕੋਈ ਪੜ੍ਹਦੇ ਆ ਕੁਝ ਵੀ ਗਲਤੀ ਕਰਦਾ, ਉਹਨੂੰ ਤਾਂ ਬਸ ਜੀ ਲਾ ਦਿਓ, ਇਹਦਾ ਸਜ਼ਾ ਲਾ ਦਿਓ, ਇਹ ਤਾਂ ਦੂਜੀ ਆ ਬੇਅਦਬੀ। ਤੇ ਚਲੋ ਇਹ ਉਹ ਤਾਂ ਸੀਗੇ ਧਾਰਮਿਕ ਗੱਲਾਂ, ਧਰਮਾਂ ਦੇ ਵਿੱਚ ਅਜਿਹਾ ਜਿਹੜਾ ਹੋਣਾ ਸੁਭਾਵਿਕ ਆ। ਪਰ ਇਹੋ ਜਿਹਾ ਵਰਤਾਰਾ ਸਾਡੇ ਸਾਹਿਤ ਨਾਲ ਵੀ ਹੋਣਾ ਸ਼ੁਰੂ ਹੋ ਗਿਆ। ਉਹਦੇ 'ਚ ਉਹ ਇਹੋ ਜਿਹੇ ਪਤਾ ਨਹੀਂ ਕਿਹੜੇ ਕੰਟਰੀ ਦੀ ਭਾਸ਼ਾ ਲਿਆ ਕੇ ਉਹਨੂੰ ਹੂ ਬਹੂ ਨੂੰ ਹੀ ਸਿੱਧਾ ਪੰਜਾਬੀ 'ਚ ਲਿਖ ਕੇ ਉਹਨੂੰ ਪੰਜਾਬੀ ਕਹਿਣ ਲੱਗ ਪਏ। ਕਿਸੇ ਅੰਗਰੇਜ਼ੀ ਦੀ ਪੰਜਾਬੀ ਕਰਨ ਦਾ ਭਾਵ ਹੁੰਦਾ ਉਹਦੀ ਟਰਾਂਸਲੇਸ਼ਨ ਕਰਨੀ। ਹੁਣ ਅੰਗਰੇਜ਼ੀ ਵਿੱਚ DOOR ਡੋਰ ਆ, ਮੈਨੂੰ ਪੰਜਾਬੀ 'ਚ ਡੱਡੇ ਨੂੰ ਹੋੜਾ ਰਾਰਾ ਲਿਖ ਕੇ ਕਹਿ ਦੇਵਾਂ, ਆ ਲਓ ਮੈਂ ਕਰਤੀ ਪੰਜਾਬੀ ਡੋਰ, ਹੁਣ ਤੁਸੀਂ ਡੋਰ ਹੀ ਸਿੱਖਣਾ, ਉਹ ਹਾਲ ਕਰ ਲਿਆ। ਤੇ ਜੇ ਕੋਈ ਅੱਗੇ ਪੁੱਛ ਲੈਂਦਾ ਕਿ ਭਾਜੀ ਇਹਦਾ ਮਤਲਬ ਕੀ ਆ, ਇਹ ਸਿੱਖਣਾ ਪਊਗਾ, ਇਹ ਵਿਗਿਆਨ ਆ, ਇਹ ਸਾਇੰਸ ਆ, ਇਹ ਸਿੱਖੇ ਬਿਨਾਂ ਨਹੀਂ ਹੋਣਾ। ਮਤਲਬ ਲੋਕਾਂ ਨੂੰ ਇਉਂ ਟਰੀਟ ਕੀਤਾ ਜਾਂਦਾ ਕਿ ਤੁਸੀਂ ਤਾਂ ਨਿਕੰਮੇ ਹੋ, ਤੁਹਾਨੂੰ ਤਾਂ ਪਤਾ ਹੀ ਕੁਝ ਨਹੀਂ, ਤੁਹਾਨੂੰ ਇਹਦਾ ਮਤਲਬ ਹੀ ਨਹੀਂ ਪਤਾ। ਤੇ ਉਹ ਜਿਹੜਾ ਇਹੋ ਜਿਹਾ ਕੰਮ ਆ, ਉਹ ਫਿਰ ਕੀ ਕਹਿੰਦੇ ਨੇ, ਕਮਰਿਆਂ 'ਚ ਬੈਠ ਕੇ ਇਨਕਲਾਬ ਦੀਆਂ ਗੱਲਾਂ ਕਰਨੀਆਂ ਸੌਖੀਆਂ, ਬਾਹਰ ਬਾਹਰ ਜਾ ਕੇ ਕੰਮ ਕਰਨਾ ਪੈਂਦਾ, ਬਾਹਰ ਜਾ ਕੇ ਕਰਨਾ ਪੈਂਦਾ ਉਹ ਕੰਮ। ਆਈ ਐਗਰੀ, ਬਿਲਕੁਲ ਮੈਂ ਸਹਿਮਤ ਹਾਂ, ਇਹ ਗੱਲ ਬਹੁਤ ਬਹੁਤ ਹੱਦ ਤੱਕ ਸਹੀ ਹੈਗੀ ਆ। ਪਰ ਇਸੇ ਹੀ ਗੱਲ ਦਾ ਇੱਕ ਦੂਜਾ ਪੱਖ ਵੀ ਆ। ਜਿਹੜੇ ਲੋਕੀ ਸਮਾਜ ਦੇ ਵਿੱਚ ਇਨਕਲਾਬ ਲਈ ਲੜਾਈ ਕਰਦੇ ਨੇ, ਜਿਵੇਂ ਅੱਜ ਉੱਥੇ ਮੋਰਚਾ ਲੱਗਾ ਹੋਇਆ, ਜਾ ਕੇ ਲੜਦੇ ਨੇ, ਉਹਨੂੰ ਪ੍ਰੈਕਟੀਕਲੀ ਕਰਦੇ ਨੇ, ਵਾਕਈ
ਉਹਨਾਂ ਦਾ ਕੋਈ ਮੁਕਾਬਲਾ ਨਹੀਂ। ਉਸ ਗੱਲ ਦਾ ਕੋਈ ਮੁਕਾਬਲਾ ਨਹੀਂ। ਅਸੀਂ ਜੇ ਬੇਟੇ ਕੋਈ ਗੱਲਾਂ ਕਰਦੇ ਹਾਂ, ਤੁਹਾਨੂੰ ਦੱਸਦੇ ਕਰਦੇ ਹਾਂ, ਇਹ ਜ਼ੀਰੋ ਆ। ਇਹਦਾ ਇਹਦਾ ਕੋਈ ਹੈ ਨਹੀਂ। ਬਟ ਇਹਨੂੰ ਇਹਨੂੰ ਨਕਾਰਿਆ ਵੀ ਨਹੀਂ ਜਾ ਸਕਦਾ। ਇਹਨੂੰ ਬਿਲਕੁਲ ਨਕਾਰਿਆ ਨਹੀਂ ਜਾ ਸਕਦਾ। ਭਗਤ ਸਿੰਘ ਦੀ ਗੱਲਬਾਤ, ਮੈਂ ਉਹਦੀ ਕਿਤਾਬ ਪੜ੍ਹਦਾ ਹਟਿਆ, ਮੇਰੇ ਕੋਲ ਬਹੁਤ ਖਸਤਾ ਹਾਲਤ ਵਿੱਚ ਕਿਤਾਬ ਪਈ ਆ, ਜਿਹੜੀ ਸ਼ਿਵ ਵਰਮਾ ਦੀ ਹੈਗੀ ਆ। ਭਗਤ ਸਿੰਘ ਤੇ ਸ਼ਿਵ ਵਰਮਾ ਦੀ ਆਪਸੀ ਗੱਲਬਾਤ ਦਾ ਵੀ ਵਿੱਚ ਉਹਦੇ 'ਚ ਜ਼ਿਕਰ ਹੈਗਾ, ਜਿੱਥੇ ਪੁੱਛਦੇ ਨੇ ਕਿ ਆ ਜਿਹੜਾ ਲਾਈਮ ਲਾਈਟ 'ਚ ਹੋਣਾ, ਜਿਵੇਂ ਕੁਰਬਾਨੀ ਕਰ ਜਾਣੀ, ਫਾਂਸੀ ਦੇ ਤਖਤੇ ਤੇ ਝੂਲ ਜਾਣਾ, ਤੇ ਉਹ ਭਗਤ ਸਿੰਘ ਕਹਿੰਦੇ ਨੇ ਕਿ ਹਾਂ, ਇਹ ਵੈਸੇ ਇਹਦੇ 'ਚ ਪ੍ਰਸਿੱਧੀ ਵੀ ਜ਼ਿਆਦਾ ਆ, ਇਹ 'ਚ ਦੂਜਾ ਵੀ ਜ਼ਿਆਦਾ, ਤੇ ਪਰ ਇਹਦੇ ਨਾਲੋਂ ਕਿਤੇ ਔਖਾ ਕੰਮ ਜਿਹੜਾ ਆ ਉਹ ਹੈਗਾ ਜਿਹੜਾ ਜ਼ਮੀਨ ਦੇ ਨੀਂਹ ਪੱਥਰ ਰੋੜੇ ਬਣਦੇ ਨੇ, ਜਿਹੜੇ ਥੱਲੇ, ਜਿਹੜੇ ਦਿਖਦੇ ਨਹੀਂ ਕਦੇ ਵੀ ਨਾ। ਮਤਲਬ ਉਹ ਕੌਣ ਨੇ? ਜਿਹੜੇ ਪਿੱਛੇ ਰਹਿ ਕੇ ਕੰਮ ਕਰਦੇ ਨੇ। ਮੈਂ ਬੜੇ ਦਫ਼ਤਰਾਂ 'ਚ ਦੇਖਿਆ ਆਪਣੇ ਪਾਰਟੀ ਦੇ 'ਚ, ਕਿਉਂਕਿ ਮੈਂ ਜੁੜਿਆ ਰਿਹਾ, ਹੁਣ ਵੀ ਦੇਖੇ ਨੇ। ਉਹ ਸਾਥੀ ਦਫ਼ਤਰਾਂ 'ਚ ਬੈਠੇ ਨੇ, ਉੱਥੇ ਬੈਠੇ ਉਹ ਪ੍ਰੈਸ ਨੋਟ ਲਿਖੀ ਜਾ ਰਹੇ ਨੇ, ਉਹ ਪੈਂਫਲੇਟ ਲਿਖੀ ਜਾ ਰਹੇ ਨੇ, ਦੂਜੇ ਨੂੰ ਭੇਜੀ ਜਾ ਰਹੇ ਨੇ, ਤੇ ਜਿਹੜੇ ਲੀਡਰ ਨੇ ਉਹ ਬਾਹਰ ਜਾ ਕੇ ਸਟੇਜਾਂ ਤੇ ਸੰਬੋਧਨ ਕਰਕੇ ਆਉਂਦੇ ਨੇ, ਕੰਮ ਕਰਕੇ ਆਉਂਦੇ ਨੇ, ਪਰ ਉਹ ਦਫ਼ਤਰਾਂ ਵਿੱਚ ਹੀ ਬੈਠੇ ਨੇ, ਤੇ ਉਹਨਾਂ ਦੀ ਸਾਰੀ ਜ਼ਿੰਦਗੀ ਦਫ਼ਤਰਾਂ ਵਿੱਚ ਹੀ ਲੰਘ ਜਾਂਦੀ ਆ। ਤੇ ਉਹ ਨਾਮ ਉਹਨਾਂ ਦਾ ਚਰਚਾ 'ਚ ਬਹੁਤਾ ਆਉਂਦਾ, ਨਾ ਉਹ ਲਿਆਉਣਾ ਚਾਹੁੰਦੇ ਨੇ, ਅਸਲ 'ਚ ਉਹ ਖੁਦ ਵੀ ਨਹੀਂ ਚਾਹੁੰਦੇ, ਉਹ ਪਿੱਛੇ ਰਹਿ ਕੇ ਕੰਮ ਕਰਦੇ ਨੇ, ਕਰੀ ਜਾਂਦੇ ਨੇ। ਇਸ ਕਰਕੇ ਇਹ ਕਹਿਣਾ ਕਿ ਕਮਰਿਆਂ 'ਚ ਬੈਠ ਕੇ ਗੱਲਾਂ ਕਰਨੀਆਂ ਸੌਖੀਆਂ ਹੁੰਦੀਆਂ, ਫਲਾਨੀਆਂ ਹੁੰਦੀਆਂ, ਤੇ ਇਹੋ ਜਿਹੇ ਜਿਹੜੇ ਮਾਰਕੇਬਾਜ਼ ਨੇ, ਉਹਨਾਂ ਨੂੰ ਮੈਂ ਇੰਨੀ ਗੱਲ ਦੱਸ ਦਿੰਦਾ ਕਿ ਕਮਰਿਆਂ ਵਿੱਚ ਬੈਠ ਕੇ ਕਾਂਗਰਸ ਦੇ ਨਾਲ ਗੰਢ ਤੁੱਪਾਂ ਕਰਨ ਨਾਲੋਂ, ਕਾਂਗਰਸ ਦੀਆਂ ਸਪੋਰਟਾਂ ਕਰਨ ਦੇ ਨਾਲੋਂ, ਬਾਹਰ ਕਰਨੇ ਜਿੰਦਾਬਾਦ ਮੁਰਦਾਬਾਦ, ਇਨਕਲਾਬ ਜਿੰਦਾਬਾਦ, ਸਰਮਾਏਦਾਰੀ ਮੁਰਦਾਬਾਦ, ਕਮਰੇ ਵਿੱਚ ਬੈਠ ਕੇ ਕਾਂਗਰਸ ਦੇ ਪ੍ਰਧਾਨ ਮੰਤਰੀਆਂ ਦੇ ਨਾਲ ਗੰਢ ਤੁੱਪਾਂ ਕਰਨੀਆਂ, ਉਹਨਾਂ ਨੂੰ ਵੋਟਾਂ ਪਾਉਣੀਆਂ, ਉਹਨਾਂ ਦੀਆਂ ਸਪੋਰਟਾਂ ਕਰਨੀਆਂ, ਇਹਦੇ ਨਾਲੋਂ ਕਿਤੇ ਚੰਗਾ ਆ ਕਮਰਿਆਂ 'ਚ ਬੈਠ ਕੇ ਇਨਕਲਾਬ ਦੀਆਂ ਗੱਲਾਂ ਕਰਨੀਆਂ। ਬਹੁਤ ਚੰਗਾ ਆ, ਬਹੁਤ ਬਹੁਤ ਅੱਗੇ ਦੀ ਗੱਲ ਆ। ਲੱਖ ਲਾਹਨਤ ਆ ਜੇ ਲੋਕਾਂ ਦੇ ਵਿੱਚ ਜਾ ਕੇ ਅਸੀਂ ਸਰਮਾਏਦਾਰੀ ਮੁਰਦਾਬਾਦ, ਸਰਮਾਏਦਾਰੀ ਮੁਰਦਾਬਾਦ ਕਰੀ ਜਾਂਦੇ ਹਾਂ, ਪਰ ਅੰਦਰ ਬੈਠ ਕੇ ਉਸੇ ਹੀ ਸਰਮਾਏਦਾਰੀ ਦੀ ਧਿਰ ਕਾਂਗਰਸ ਦੇ ਨਾਲ ਅਸੀਂ ਪਿੰਗਾਂ ਝੂਟਦੇ ਹਾਂ, ਤੇ ਉਹਨਾਂ ਨਾਲ ਸੌਦੇ ਕਰਦੇ ਹਾਂ। ਤੇ ਲੱਖ ਲਾਹਨਤ ਐਕਚੁਅਲੀ ਕਮਰਿਆਂ 'ਚ ਬੈਠ ਕੇ ਉਹ ਕੰਮ ਕਰਨ ਦੇ ਹੋਣੀ ਚਾਹੀਦੀ ਆ। ਕਮਰਿਆਂ 'ਚ ਬੈਠ ਕੇ ਇਨਕਲਾਬੀ ਗੱਲਾਂ ਜਿਹੜੀਆਂ ਕਰਨੀਆਂ, ਉਹ ਸਟਿਲ ਚੰਗੀਆਂ ਨੇ, ਬਹੁਤ ਚੰਗੀਆਂ ਨੇ, ਉਹਨਾਂ ਨਾਲੋਂ ਬਹੁਤ ਚੰਗੀਆਂ ਨੇ। ਤੇ ਇਸ ਲਈ ਮੈਂ ਚਾਹੁੰਦਾ ਕਿ ਇਹ ਗੱਲਾਂ, ਜਿਹੜੇ ਲੋਕੀ ਲੜਾਈ ਦੇ ਮੈਦਾਨ ਵਿੱਚ ਨਹੀਂ ਜਾ ਸਕਦੇ ਨਾ, ਚਾਹੇ ਉਹ ਇੰਡੀਆ 'ਚ ਬੈਠੇ ਨੇ, ਨਹੀਂ ਜਾ ਸਕਦੇ ਕਿਸੇ ਵੀ ਕਾਰਨ, ਪਲੀਜ਼ ਆਪਣੇ ਘਰ 'ਚ ਬੈਠੇ ਹੀ ਕਰੋ, ਆਪਣੇ ਪਰਿਵਾਰ ਨਾਲ ਕਰੋ, ਘਰ 'ਚੋਂ ਬੈਠ ਕੇ ਲਾਈਵ ਹੋ ਕੇ ਹੋਰਾਂ ਨਾਲ ਕਰੋ, ਜ਼ਰੂਰ ਕਰੋ ਇਨਕਲਾਬ ਦੀਆਂ ਗੱਲਾਂ, ਚਾਹੇ ਕਮਰੇ 'ਚ ਬੈਠ ਕੇ ਹੀ ਕਰੋ। ਕਰਨੀਆਂ ਚਾਹੀਦੀਆਂ ਨੇ ਤੇ ਕਰਨੀਆਂ ਪੈਣਗੀਆਂ, ਤੇ ਇਹ ਕਰਾਂਗੇ ਤਾਂ ਕਿਸੇ ਨਾ ਕਿਸੇ ਨੂੰ, ਠੀਕ ਆ, ਮੇਰੇ ਤੇ ਨਾ ਸੀ, ਕਿਸੇ ਹੋਰ ਤੇ ਅਸਰ ਕਰਨਗੀਆਂ, ਕੋਈ ਹੋਰ ਕਰ ਜੂਗਾ, ਕਿਸੇ ਤੇ ਵੀ ਕਰੂ, ਜੇ ਇੱਕ ਦੋ ਤੇ ਵੀ ਕਰਨਗੀਆਂ ਤੇ ਵਧੀਆ ਗੱਲ ਆ। ਤੇ ਇਹ ਖੈਰ, ਇਹਨੂੰ ਆਪਾਂ ਹੋਰ ਜ਼ਿਆਦਾ ਲੰਬਾ ਨਹੀਂ ਖਿੱਚਣਾ ਹੈਗਾ ਇਸ ਗੱਲ ਨੂੰ। ਤੇ ਮੈਂ ਸੁਨੇਹਾ ਇਹੀ ਦੇਣਾ ਚਾਹੁੰਦਾ ਜਿਹੜਾ ਇਸ ਮੌਕੇ ਤੇ ਮੰਚ ਦੇ ਵੱਲੋਂ, ਇੱਕ ਤੇ ਕਿ ਸਾਡੇ ਮੰਚ ਦੇ ਜਿਹੜੇ ਨੇ ਉਦੇਸ਼ ਜਿਹੜੇ ਨੇ ਉਹ ਬੜੇ ਸਪਸ਼ਟ ਨੇ ਇਸ ਮਸਲੇ ਦੇ ਵਿੱਚ ਕੁੱਲ। ਤੇ ਅਸੀਂ ਇਹ ਕੀ ਕਰਨਾ ਚਾਹੁੰਦੇ ਹਾਂ, ਵੱਖ-ਵੱਖ ਦੇਸ਼ਾਂ 'ਚ ਜਿਹੜੇ ਖੱਬੀ ਸੋਚ ਵਾਲੇ ਲੋਕ ਨੇ, ਅਗਾਂਹ-ਵਧੂ ਸੋਚ ਵਾਲੇ ਲੋਕ ਨੇ, ਉਹਨਾਂ ਦੀ ਆਪਸੀ ਜਿਹੜੀ ਆ ਨੇੜਤਾ ਕਾਇਮ ਕਰਨੀ, ਜਿਹੜੀ ਨਾ ਉਹ ਕਰਨੀ ਚਾਹੁੰਦੇ ਆ। ਤੇ ਉਹਦੇ ਨਾਲ ਅਗਾਂਹ-ਵਧੂ ਸੱਭਿਆਚਾਰ, ਅਗਾਂਹ-ਵਧੂ ਇਨਕਲਾਬੀ ਸਾਹਿਤ ਜਿਹੜਾ ਆ ਉਹਦਾ ਪ੍ਰਚਾਰ ਪ੍ਰਸਾਰ, ਤੇ ਉਹਦੀ ਕੜੀ ਵਜੋਂ ਅਸੀਂ ਜਿਵੇਂ ਜਿਹੜਾ ਪੈਂਫਲੇਟ ਵੀ ਛਾਪਿਆ ਤੇ ਉਹ ਕਰਕੇ ਹਟੇ ਹਾਂ। ਤੇ ਭਾਰਤ ਵਿੱਚ ਜਾਂ ਦੁਨੀਆ ਭਰ ਵਿੱਚ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ, ਉਹਨਾਂ ਦੇ ਉੱਤੇ ਆਪਣੀ ਜਿਹੜੀ ਆ ਰਾਏ ਦੇਣੀ ਆ। ਉਹ ਰਾਏ ਜਿਹੜੀ ਹੈ ਤੁਹਾਡੀ ਵਿਚਾਰਧਾਰਾ ਦੇ ਸਾਣ ਦੇ ਉੱਤੇ ਲੱਗੀ ਹੋਈ। ਭਗਤ ਸਿੰਘ ਨੇ ਕਿਹਾ ਸੀ ਕਿ ਇਨਕਲਾਬ ਦੀ ਜਿਹੜੀ ਧਾਰ ਆ ਨਾ, ਉਹ ਵਿਚਾਰਾਂ ਦੀ ਸਾਣ ਤੇ ਤਿੱਖੀ ਹੁੰਦੀ ਆ। ਪਿਸਤੌਲ ਤੇ ਬੰਬ ਕਦੇ ਇਨਕਲਾਬ ਨਹੀਂ ਲਿਆਉਂਦੇ। ਪਿਸਤੌਲ ਤੇ ਬੰਬ ਹੁੰਦੇ ਕਦੇ ਤੁਹਾਡੇ ਰਸਤੇ ਦੇ ਵਿੱਚ ਤੁਹਾਡੇ ਥੋੜ੍ਹੇ ਪਲ ਲਈ ਤੁਹਾਡੇ ਸਹਾਇਕ ਹੋ ਸਕਦੇ ਨੇ, ਕਦੀ ਕਦਾਈ, ਬਟ ਉਹ ਇਨਕਲਾਬ ਨਹੀਂ ਲਿਆਉਂਦੇ। ਇਨਕਲਾਬ ਲਿਆਉਣ ਦੇ ਲਈ ਤੁਹਾਡੇ ਜਿਹੜੇ ਵਿਚਾਰ ਆ ਪਹਿਲਾਂ ਉਹ ਪਰਿਪੱਕ ਹੋਏ ਹੋਣੇ ਚਾਹੀਦੇ ਆ, ਉਹ ਸਾਣ 'ਤੇ ਲੱਗੇ ਹੋਣੇ ਚਾਹੀਦੇ ਆ। ਅਤੇ ਅਸੀਂ ਉਸ ਪਾਸੇ ਨੂੰ ਆਪਣਾ ਯੋਗਦਾਨ ਪਾ ਰਹੇ ਹਾਂ। ਅਸੀਂ ਕੋਈ, ਮੈਂ ਨਹੀਂ ਕਹਿੰਦਾ ਕਿ ਅਸੀਂ
100% ਉੱਤੇ ਹੋ ਚੁੱਕੇ ਆ। ਦੁਨੀਆ ਦੇ ਵਿੱਚ ਜਿੱਥੇ ਵੀ ਲੋਕੀ ਨਿਆਂ ਲਈ ਲੜਦੇ ਨੇ, ਉੱਥੇ ਨਿਆਂ ਲਈ ਲੜਨ ਵਾਲੇ ਲੋਕਾਂ ਦਾ ਸਾਥ ਦੇਣਾ। ਤੇ ਇਹ ਜਿਹੜਾ ਸਾਥ ਆ, ਸਾਥ ਦੇਣ ਦਾ ਮਤਲਬ ਇਹ ਤਾਂ ਹੈ ਨਹੀਂ ਕਿ ਮੈਂ ਹੁਣ ਕੋਈ ਚੱਕ ਕੇ ਡਾਂਗ ਤੇ ਤੁਰ ਪੈਣਾ ਕਿਸੇ ਦੇ ਨਾਲ ਜਾਂ ਕੁਝ ਵੀ। ਤੇ ਹੋ ਸਕਦਾ ਕਿਸੇ ਹੋਰ ਜਗ੍ਹਾ ਹੋ ਰਹੀ ਆ, ਦੂਰ ਹੋ ਰਹੀ ਆ, ਮੈਂ ਜੇ ਇੱਥੋਂ ਬੈਠ ਕੇ ਉਹਨਾਂ ਦੇ ਹੱਕ ਦੇ ਵਿੱਚ ਦੋ ਲਫ਼ਜ਼ ਹੀ ਨਹੀਂ ਕਹਿੰਦਾ, ਮੈਂ ਉਹਨੂੰ ਦੇਖ ਕੇ ਮੂੰਹ ਵੱਲ ਗੋਲੀ ਮਾਰ ਮੈਂ ਕੀ ਲੈਣਾ, ਮੈਂ ਲਫ਼ਜ਼ ਹੀ ਨਹੀਂ ਬੋਲਦਾ, ਤੇ ਫਿਰ ਉਹ ਗਲਤ ਹੈ। ਸਾਨੂੰ ਉਹ ਬੋਲਣੇ ਚਾਹੀਦੇ ਨੇ, ਚਾਹੇ ਤੁਸੀਂ ਉਹ ਦੋ ਲਫ਼ਜ਼, ਚਾਹੇ ਫੇਸਬੁੱਕ ਤੇ ਤੁਸੀਂ ਇੱਕ ਕੋਈ ਰੋਸ ਵਜੋਂ ਕੋਈ ਇੱਕ ਇੱਕ ਰੋਸ ਲਫ਼ਜ਼ ਹੀ ਲਿਖ ਦਿੰਦੇ ਹੋ, ਤਾਂ ਉਹ ਵੀ ਤੁਹਾਡਾ ਉਹਨਾਂ ਦੇ ਨਾਲ ਖੜਨਾ। ਤੇ ਪਰ ਤੁਹਾਡਾ ਚੁੱਪ ਰਹਿਣਾ ਐਕਚੁਅਲੀ ਜ਼ੁਲਮ ਦੇ ਜਿਹੜਾ ਜ਼ੁਲਮ ਕਰਨ ਵਾਲਿਆਂ ਦੇ ਨਾਲ ਖੜਨਾ ਬਰਾਬਰ ਹੁੰਦਾ। ਇਸ ਕਰਕੇ ਨਿਆਂ ਲਈ ਲੜਨ ਵਾਲੇ ਲੋਕਾਂ ਨਾਲ ਜਿਨ੍ਹਾਂ ਤੇ ਜ਼ੁਲਮ ਹੋ ਰਿਹਾ, ਉਹਨਾਂ ਦੇ ਹੱਕ ਦੇ ਵਿੱਚ ਜ਼ਰੂਰ ਖੜਨਾ ਆ, ਤੇ ਉਹਨਾਂ ਦੇ ਵਿਰੋਧ ਵਿੱਚ ਕਦੀ ਵੀ ਨਹੀਂ ਖੜਨਾ, ਉਹਨਾਂ ਦੇ ਵਿਰੋਧ ਵਿੱਚ ਕਦੀ ਨਹੀਂ ਖੜਨਾ। ਇਹ ਸਾਡਾ ਹੈਗਾ। ਤੇ ਹੋਰ ਹਰ ਇੱਕ ਤਰ੍ਹਾਂ ਦੀ ਨਾ ਬਰਾਬਰੀ, ਚਾਹੇ ਉਹ ਸਮਾਜਿਕ ਆ, ਆਰਥਿਕ ਆ, ਚਾਹੇ ਧਾਰਮਿਕ ਆ, ਤੇ ਚਾਹੇ ਜਾਤਾਂ ਪਾਤਾਂ ਦੇ ਨਾਂ ਦੇ ਉੱਤੇ ਆ, ਇਹ ਜਿਹੜੀ ਇਹੋ ਜਿਹੀ ਜਿਹੜੀ ਆ ਵੰਡੀਆਂ ਨੇ, ਇਹਨਾਂ ਨੂੰ ਘਟਾਉਣ ਦੇ ਲਈ ਕੰਮ ਕਰਨਾ ਹੈ। ਪਰ ਅਸੀਂ ਕਿਸੇ ਚੀਜ਼ ਨੂੰ ਮੰਨਦੇ ਨਾ ਮੰਨਦੇ ਹੋਈਏ, ਇਹ ਹਰ ਇੱਕ ਦਾ ਆਪੋ ਆਪਣਾ ਨਿੱਜੀ ਗੱਲ ਹੈਗੀ ਆ। ਪਰ ਕਿਸੇ ਦੇ ਨਾਲ ਇਸ ਗੱਲ ਲਈ ਧੱਕਾ ਨਹੀਂ ਹੋਣਾ ਚਾਹੀਦਾ ਕਿ ਉਹ ਇਸ ਧਰਮ ਦਾ ਆ, ਉਸ ਧਰਮ ਦਾ ਆ, ਜਾਂ ਇਸ ਜਾਤ ਦਾ ਆ, ਤੇ ਉਹਦੇ ਲਈ ਤੁਸੀਂ ਉਹਦੇ ਹੱਕ 'ਚ ਬੋਲਣਾ, ਅਗੇਨ ਉਹਦੇ ਹੱਕ 'ਚ ਖੜਨਾ। ਤੇ ਆਪਸੀ ਭਾਈਚਾਰੇ ਨੂੰ ਜਿਹੜੀ ਢਾਹ ਲਾਉਂਦੇ ਨੇ, ਜਿਵੇਂ ਹੁਣ ਚਾਹੇ ਉਹ RSS ਵਾਲੇ ਕਰਦੇ ਨੇ, ਖਾਲਿਸਤਾਨੀ ਕਰਦੇ ਨੇ, ਦੂਜੇ ਤੀਜੇ, ਉਹ ਜਦੋਂ ਵੀ ਕਰਦੇ ਨੇ ਤੇ ਉਹਨਾਂ ਦਾ ਜਿਹੜਾ ਤੋੜ, ਉਹਨਾਂ ਦਾ ਜਵਾਬ ਉਹ ਜ਼ਰੂਰ ਦੇਣਾ ਆਪਣੀ ਸਮਰੱਥਾ ਮੁਤਾਬਕ ਜਿੱਥੇ ਵੀ ਹੋਵੇ। ਤੇ ਉਸ ਤੋਂ ਅਗਲਾ ਜਿਹੜੇ ਇਨਕਲਾਬੀ ਯੋਧੇ ਹੋਏ ਨੇ ਦੁਨੀਆ ਦੇ ਵਿੱਚ, ਤੇ ਉਹਨਾਂ ਦੇ ਜਨਮ ਦਿਨ, ਸ਼ਹੀਦੀ ਦਿਨ, ਕੋਈ ਵੀ ਜਿਹੜਾ ਉਹਨਾਂ ਨਾਲ ਜੁੜਿਆ ਹੋਇਆ ਦਿਨ ਆ, ਉਹ ਜ਼ਰੂਰ ਮਨਾਉਣਾ। ਤੇ ਅਸੀਂ ਜਦੋਂ ਮੰਚ ਦੀ ਸਥਾਪਨਾ ਕੀਤੀ ਸੀਗੀ, ਤੇ ਇਹਦੇ ਵਿੱਚ ਤੁਸੀਂ ਆ ਲੋਗੋ ਤੁਸੀਂ ਸਾਰੇ ਦੇਖਦੇ ਹੋਣੇ ਆ ਇਸ ਮੌਕੇ। ਹੁਣ ਉਸ ਮੌਕੇ ਨਾਂ ਇਹਦਾ ਸੀਗਾ NRI ਇਨਕਲਾਬੀ ਮੰਚ, ਜਿਹੜਾ ਤਕਨੀਕੀ ਕਾਰਨ ਬਦਲਦੇ ਅੰਤਰਰਾਸ਼ਟਰੀ ਮੰਚ ਤੇ ਆ। ਹੁਣ ਫਿਰ ਲੱਗਦਾ ਸੀ ਕਿ ਸ਼ਾਇਦ ਬਦਲਣਾ ਪਵੇ, ਜਦੋਂ ਅਸੀਂ ਰਜਿਸਟ੍ਰੇਸ਼ਨ ਕਰਾ ਰਹੇ ਸੀ ਤਾਂ ਕੁਝ ਅੜਚਣਾਂ ਆ ਰਹੀਆਂ ਸੀ। ਬਟ ਚੰਗੀ ਗੱਲ ਇਹ ਹੈਗੀ ਆ ਕਿ ਪਿਛਲੇ ਦਿਨਾਂ ਵਿੱਚ ਉਹਦੀ ਜਿਹੜੀ ਰਜਿਸਟ੍ਰੇਸ਼ਨ ਕੰਪਲੀਟ ਹੋ ਗਈ ਆ, ਤੇ ਉਹ ਇਸੇ ਨਾਮ ਨਾਲ ਹੀ ਹੋ ਗਈ ਆ। ਸੋ ਅੰਤਰਰਾਸ਼ਟਰੀ ਇਨਕਲਾਬੀ ਮੰਚ ਆ। ਲੋਗੋ ਦੇ ਵਿੱਚ ਸਾਡੇ ਦੋ ਇਨਕਲਾਬੀ ਯੋਧਿਆਂ ਦੇ ਜਿਹੜੇ ਚਿੱਤਰ ਨੇ, ਇੱਕ ਚੀ ਗਵੇਰਾ ਤੇ ਭਗਤ ਸਿੰਘ। ਤੇ ਇਹਨਾਂ ਨੂੰ ਚੁਣਨ ਦੇ ਪਿੱਛੇ ਜਿਹੜਾ ਆ, ਉਹ ਸਾਡੀ ਜਿੰਨੀ ਕੁ ਵੀ ਸਾਡੇ ਕੋਲ ਸਮਝ ਆ, ਉਹਦਾ ਉਹ ਕਾਰਨ ਆ। ਉਹ ਕਿਸੇ ਐਵੇਂ ਹੀ ਰੈਂਡਮ ਨਹੀਂ ਚੱਕ ਕੇ ਲਾ ਲਏ ਕਿ ਚਲੋ ਆਹ ਦੋ ਚੱਕ ਕੇ ਲਾ ਲਈਏ। ਉਹ ਚੀਜ਼ ਸੀ ਕਿ ਪੰਜਾਬ ਭਾਰਤ ਦੇ ਵਿੱਚ ਅਸੀਂ ਰਹਿਣ ਵਾਲੇ, ਆਜ਼ਾਦੀ ਸੰਗਰਾਮ ਦੀ ਜਦੋਂ ਵੀ ਗੱਲ ਚੱਲਣੀ ਆ, ਤੇ ਸਭ ਤੋਂ ਪਹਿਲਾਂ ਜਿਹੜਾ ਚਿਹਰਾ ਅੱਖਾਂ ਅੱਗੇ ਆਉਂਦਾ ਉਹ ਭਗਤ ਸਿੰਘ ਦਾ ਹੀ ਆ। ਬੜੇ ਸ਼ਹੀਦ ਹੋਏ ਨੇ, ਬੜਿਆਂ ਨੇ ਕੁਰਬਾਨੀਆਂ ਕੀਤੀਆਂ ਨੇ, ਨਾਮਧਾਰੀਆਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਨੇ। ਉਹ ਕੂਕਿਆਂ ਨੇ, ਛੋਟੇ ਛੋਟੇ ਬੱਚਿਆਂ ਨੇ, ਗਦਰੀ ਬਾਬੇ, ਊਧਮ ਸਿੰਘ ਹੋਣੀ, ਕਰਤਾਰ ਸਰਾਭੇ ਹੋਣੀ, ਅਣਗਿਣਤ ਨਾਮ ਨੇ, ਨਾਮ ਨਹੀਂ ਲਏ ਜਾ ਸਕਦੇ ਸਾਰਿਆਂ ਦੇ। ਪਰ ਫਿਰ ਵੀ ਜਦੋਂ ਵੀ ਤੁਸੀਂ ਆਜ਼ਾਦੀ ਦੀ ਗੱਲ ਕਰੋਗੇ, ਜਦੋਂ ਵੀ ਭਾਰਤ ਦੀ ਆਜ਼ਾਦੀ ਦੀ ਲੜਾਈ ਦੀ ਗੱਲ ਕਰੋਗੇ, ਸਭ ਤੋਂ ਪਹਿਲਾ ਨਾਂ ਤੁਹਾਡੇ ਦਿਮਾਗ 'ਚ ਜਿਹੜਾ ਖੜਕਦਾ ਹੈ ਉਹ ਭਗਤ ਸਿੰਘ ਦਾ ਹੀ ਖੜਕਦਾ। ਤੇ ਉਹਦੇ ਪਿੱਛੇ ਕਾਰਨ ਹੋਣਗੇ, ਤੇ ਕਾਰਨਾਂ ਬਾਰੇ ਮੈਂ ਬੜੀ ਵਾਰੀ ਪਹਿਲਾਂ ਗੱਲ ਕੀਤੀ ਵੀ ਹੋਈ ਆ। ਤੇ ਹੁਣ ਮੈਂ ਇਹ ਤੋਂ ਅਗਲੀ ਪਹਿਲਾਂ ਗੱਲ ਕਰ ਲਿਆ, ਫਿਰ ਸ਼ਾਇਦ ਇਹਦੇ 'ਤੇ ਵੀ ਆ ਜਾਵਾਂਗੇ ਜੇ ਸਮਾਂ ਹੋਇਆ ਤਾਂ। ਦੂਸਰਾ ਨਾਮ ਹੈਗਾ ਚੀ ਗਵੇਰਾ ਦਾ। ਜਦੋਂ ਭਾਰਤ ਤੋਂ ਬਾਹਰ ਅਸੀਂ ਕੋਈ ਹੋਰ ਕਿਸੇ ਇਨਕਲਾਬੀ ਵੱਲ ਦੇਖਦੇ ਹਾਂ, ਜਿਵੇਂ ਮੈਂ ਭਾਰਤ ਵਿੱਚ ਜ਼ਿਕਰ ਕੀਤਾ, ਦੁਨੀਆ ਵਿੱਚ ਵੀ ਇਨਕਲਾਬੀਆਂ ਦੀ ਕਮੀ ਨਹੀਂ ਹੈਗੀ। ਇੱਕ ਦੇਸ਼ ਦੇ ਵਿੱਚ ਜਿਹੜੇ ਆ ਹਜ਼ਾਰਾਂ ਹੋਣਗੇ, ਬਟ ਨੌਜਵਾਨ ਵਰਗ ਦੇ ਵਿੱਚ ਜੇ ਪੂਰੀ ਦੁਨੀਆ ਵਿੱਚ ਭਗਤ ਸਿੰਘ ਵਰਗੀ ਤਸਵੀਰ ਕਿਸੇ ਦੀ ਬਣੀ ਹੋਈ ਆ ਤਾਂ ਚੀ ਗਵੇਰਾ ਦੀ ਆ। ਪੂਰੀ ਦੁਨੀਆ ਦੇ ਨੌਜਵਾਨਾਂ ਦਾ ਜਿਹੜਾ ਭਗਤ ਸਿੰਘ ਆ ਉਹ ਚੀ ਗਵੇਰਾ ਆ। ਮੈਂ ਤਾਂ ਉਹਦਾ ਰੈਫਰੈਂਸ ਹੀ ਇਹ ਦਿੰਦਾ ਹੁੰਦਾ ਕਿ ਸਾਡਾ ਇੰਡੀਆ ਦਾ ਚੀ ਗਵੇਰਾ ਜਿਹੜਾ ਉਹ ਭਗਤ ਸਿੰਘ ਆ, ਤੇ ਦੁਨੀਆ ਦਾ ਭਗਤ ਸਿੰਘ ਜਿਹੜਾ ਉਹ ਚੀ ਗਵੇਰਾ ਆ। ਇਸੇ ਕਰਕੇ ਅਸੀਂ ਉਹਨਾਂ ਦੋਨਾਂ ਦੇ ਜਿਹੜੇ ਚਿਹਰੇ ਨੇ ਉਹ ਆਪਣੇ ਲੋਗੋ ਦੇ ਵਿੱਚ ਐਡ ਕੀਤੇ ਸੀ। ਇੱਕ ਤੇ ਸਾਡਾ ਮੰਚ ਜਿਹੜਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਅਸੀਂ ਉਹਨੂੰ ਚੱਲ ਰਹੇ ਹਾਂ, ਤੇ ਉਹ ਅੰਤਰਰਾਸ਼ਟਰੀ ਸਿੰਬਲ ਹੋਣੇ ਚਾਹੀਦੇ ਨੇ। ਦੂਜਾ ਸੀ ਕਿ ਇਹ ਦੋ ਜਿਹੜੇ ਚਿਹਰੇ ਨੇ, ਇਹਨਾਂ ਨੂੰ ਖਾਸ ਕਰ ਨੌਜਵਾਨ ਵਰਗ ਜਿਹੜਾ ਆ, ਇਹ ਉਹਦੇ ਨੌਜਵਾਨ ਵਰਗ ਦੇ ਆਗੂਆਂ ਦੇ ਤੌਰ 'ਤੇ ਇਹ ਜੋ ਇਹਨਾਂ ਨੇ ਛਾਪ ਛੱਡੀ ਆ
ਜੋ ਇਹਨਾਂ ਦਾ ਬਣਿਆ ਹੋਇਆ ਚਿਹਰਾ, ਉਹ ਸਦੀਆਂ ਤੱਕ, ਯੁੱਗਾਂ ਤੱਕ ਇਦਾਂ ਹੀ ਰਹਿਣਾ ਆ। ਤੇ ਉਹ ਰਹਿਣਾ, ਪ੍ਰਭਾਵਿਤ ਕਰਦੇ ਰਹੇ ਨੇ ਤੇ ਉਹਨੇ ਕਰਦੇ ਰਹਿਣਾ। ਤੇ ਇਹ ਵੀ ਇੱਕ ਕਾਰਨ ਸੀ ਸਾਡਾ ਉਹਨਾਂ ਨੂੰ ਚੁਣਨ ਦਾ, ਤੇ ਉਹਨਾਂ ਦੇ ਵਿਚਾਰਾਂ ਦਾ ਜਿਹੜਾ ਉਹ ਅਸੀਂ ਸਮੇਂ-ਸਮੇਂ ਦੇ ਉੱਤੇ ਉਹ ਗੱਲ ਕਰਦੇ ਰਹਿੰਦੇ ਹਾਂ। ਤੇ ਹੁਣ ਭਗਤ ਸਿੰਘ ਵੱਖਰਾ ਕਿਉਂ ਲੱਗਦਾ ਬਾਕੀਆਂ ਚੋਂ? ਭਗਤ ਸਿੰਘ ਨੇ ਆਪਣੀ ਕਾਲਜ ਤੱਕ ਦੀ ਪੜ੍ਹਾਈ ਤੱਕ ਹੀ ਕਰੀਬ 250 ਦੇ ਕਰੀਬ ਕਿਤਾਬ ਪੜ੍ਹਦੀ ਸੀ, ਕਿਤਾਬ, ਮੈਗਜ਼ੀਨ, ਰਸਾਲੇ। ਉਸ ਤੋਂ ਬਾਅਦ ਆਪਣੇ ਆਖਰੀ ਦਿਨ ਤੱਕ 302 ਕਿਤਾਬਾਂ ਨੇ ਹੋਰ ਪੜ੍ਹੀਆਂ ਨੇ, ਜਿਸ 'ਚ ਵਿਦੇਸ਼ੀ ਵੀ ਨੇ, ਰਸ਼ੀਅਨ, ਅਮਰੀਕਨ, ਬ੍ਰਿਟੇਨ, ਮਤਲਬ ਵੱਖਰੋ ਵੱਖਰੀਆਂ। ਤੇ 6 ਭਾਸ਼ਾ ਉਹ ਜਾਣਦਾ ਸੀ। ਸੋ ਉਹਨੇ ਇੰਨਾ ਪੜ੍ਹਿਆ, ਪੜ੍ਹਨ ਤੋਂ ਬਾਅਦ ਜਿਹੜੇ ਆਪਣੇ ਵਿਚਾਰ ਬਣਾ ਕੇ ਸਮੇਂ-ਸਮੇਂ ਤੇ ਅਖਬਾਰਾਂ 'ਚ ਵੀ ਦਿੰਦਾ ਰਿਹਾ, ਉਹ ਆਰਟੀਕਲ ਵੀ ਲਿਖਦਾ ਰਿਹਾ, ਵੱਖਰੇ ਵੱਖਰੇ ਨਾਵਾਂ ਹੇਠ। ਉਹ ਸਾਰੇ ਜਿਹੜੇ ਭਗਤ ਸਿੰਘ ਦੇ ਨਾਮ ਹੇਠ ਨਹੀਂ ਛਪੇ ਹੋਏ, ਕਿਰਤੀ ਵਿੱਚ ਵੀ ਛਪੇ ਨੇ। ਉਹਦਾ ਜਿਹੜਾ ਮੈਂ ਨਾਸਤਿਕ ਕਿਉਂ ਜਿਹੜਾ ਆਰਟੀਕਲ ਆ, ਤੇ ਉਹ ਕੌਣ ਨਹੀਂ ਜਾਣਦਾ ਉਹਨੂੰ। ਤੇ ਉਹਦੇ ਤੋਂ ਇਲਾਵਾ ਜਿਹੜੇ ਹੋਰ ਛੋਟੇ ਛੋਟੇ, ਜਿਨ੍ਹਾਂ 'ਚ ਅਸੀਂ ਹਮੇਸ਼ਾ ਕੋਟ ਜਿਹੜੇ ਸਾਂਝੇ ਕਰਦੇ ਰਹਿੰਦੇ ਤੁਹਾਡੇ ਨਾਲ, ਅੱਗੇ ਵੀ ਕਰਦੇ ਰਹਾਂਗੇ। ਇਹ ਕਾਰਨ ਹੈ ਕਿ ਜਿਹੜਾ ਉਹਨੂੰ ਥੋੜ੍ਹਾ ਵੱਖਰਾ ਕਰ ਦਿੰਦੇ ਬਾਕੀਆਂ ਨਾਲੋਂ। ਕੁਰਬਾਨੀ, ਫਾਂਸੀ ਤੇ ਰਾਜਗੁਰੂ ਭਗਤ ਸਿੰਘ ਤੇ ਸੁਖਦੇਵ ਇਕੱਠੇ ਹੀ ਚੜ੍ਹੇ ਨੇ, ਇੱਕੋ ਹੀ ਸਮੇਂ ਤੇ ਚੜ੍ਹੇ ਨੇ, ਇੱਕੋ ਹੀ ਤਰ੍ਹਾਂ ਉਹਨਾਂ ਦੀ ਸ਼ਹੀਦੀ ਹੋਈ ਆ। ਸੋ ਉਹਨਾਂ ਨੂੰ ਘੱਟ ਵੱਧ ਕਿਹਾ ਨਹੀਂ ਜਾ ਸਕਦਾ, ਘੱਟ ਵੱਧ ਉਹ ਹੋ ਹੀ ਨਹੀਂ ਸਕਦੇ। ਉਹਨਾਂ ਦੀ ਕੁਰਬਾਨੀ ਘੱਟ ਵੱਧ ਨਹੀਂ ਹੈਗੀ। ਸੋ ਕੁਰਬਾਨੀ, ਜਦੋਂ ਜਿਹੜੇ ਗੱਲਾਂ ਇੱਦਾਂ ਦੀਆਂ ਕਰਦੇ ਨੇ ਨਾ, ਬੜੀ ਵਾਰੀ ਆਪਾਂ ਨੂੰ ਸੁਣਨਾ ਪੈਂਦਾ। ਉਹ ਤੁਹਾਨੂੰ ਆ ਕੇ ਕੋਈ ਨਾ ਕੋਈ ਆ ਕੇ ਕਰ ਜੂਗਾ ਕਮੈਂਟ ਨਾ, ਭਗਤ ਸਿੰਘ ਦਾ ਬੜਾ ਕਰਦੇ ਹੋ ਬਈ, ਮਦਨ ਲਾਲ ਢੀਂਗਰੇ ਦਾ ਨਹੀਂ ਕੀਤਾ, ਫਲਾਣੇ ਦਾ ਨਹੀਂ ਕੀਤਾ, ਧਮਕੜੇ ਦਾ ਨਹੀਂ ਕੀਤਾ, ਨਾਂ ਲੈ ਕੇ ਨਾ। ਇੱਕ ਤਾਂ ਮੇਰਾ ਹੁੰਦਾ ਕਿ ਤੁਸੀਂ ਕਿਉਂ ਨਹੀਂ ਕਰ ਲੈਂਦੇ? ਜੇ ਊਧਮ ਸਿੰਘ ਦਾ, ਕਰਤਾਰ ਸਿੰਘ ਸਰਾਭੇ ਦਾ ਜਾਂ ਭਗਤ ਸਿੰਘ ਦਾ, ਤੁਹਾਨੂੰ ਕਿਹਨੇ ਰੋਕਿਆ ਹੋਇਆ? ਜੇ ਅਸੀਂ ਨਹੀਂ ਕਰ ਰਹੇ ਤੁਸੀਂ ਕਰੋ। ਪਰ ਪਹਿਲੀ ਗੱਲ, ਤੁਹਾਨੂੰ ਕੌਣ ਕਹਿੰਦਾ ਅਸੀਂ ਨਹੀਂ ਕਰਦੇ? ਅਸੀਂ ਕਰੀਦਾ, ਸਾਰਿਆਂ ਦੇ ਮਨਾਉਂਦੇ ਹਾਂ। ਪਰ ਇਹ ਪੋਸੀਬਲ ਨਹੀਂ ਹੈਗਾ ਕਿ ਆਜ਼ਾਦੀ ਦੀ ਲੜਾਈ ਵਿੱਚ ਜਾਂ ਉਹ ਤੋਂ ਬਾਅਦ ਵੀ ਹਜ਼ਾਰਾਂ ਲੱਖਾਂ ਸ਼ਹੀਦ ਨੇ, ਤੇ ਸਾਰਿਆਂ ਦੇ ਦਿਨ ਰੋਜ਼ ਕਿਵੇਂ ਮਨਾਏ ਜਾਣਗੇ? ਕੀ ਇਹ ਪੋਸੀਬਲ ਹੈਗੀ ਗੱਲ? ਇਹ ਹੋ ਨਹੀਂ ਸਕਦੀ। ਪਰ ਜੇ ਤੁਹਾਨੂੰ ਜ਼ਿਆਦਾ ਇਹ ਜਾਗਦਾ ਕੋਈ, ਕਰ ਲਓ। ਪਰ ਨਾ ਤਾਂ ਉਹਨਾਂ ਨੂੰ ਊਧਮ ਸਿੰਘ ਨਾਲ ਹੇਜ ਆ, ਨਾ ਉਹਨਾਂ ਨੂੰ ਕਰਤਾਰ ਸਿੰਘ ਨਾਲ ਹੇਜ ਆ, ਨਾ ਮਦਨ ਲਾਲ ਢੀਂਗਰੇ ਨਾਲ, ਨਾ ਚੰਦਰ ਸ਼ੇਖਰ, ਨਾ ਕਿਸੇ ਹੋਰ ਨਾਲ। ਉਹਨਾਂ ਨੂੰ ਸਿਰਫ ਇੱਕੋ ਇੱਕ ਡਰ ਆ। ਡਰ ਉਹਨਾਂ ਨੂੰ ਇਹ ਹੈ ਕਿ ਜਿਹੜੀਆਂ ਉਹ ਸਮੇਂ-ਸਮੇਂ ਦੇ ਉੱਤੇ ਸਰਮਾਏਦਾਰੀ ਸਰਕਾਰਾਂ ਜਿਹੜੀਆਂ, ਉਹਨਾਂ ਦੇ ਏਜੰਟਾਂ ਤੌਰ 'ਤੇ ਉਹ ਵਿਚਰਦੇ ਨੇ, ਚਾਹੇ ਉਹ ਆਰਐਸਐਸ ਹੋਵੇ, ਚਾਹੇ ਉਹ ਖਾਲਿਸਤਾਨੀ ਹੋਣ, ਉਹ ਉਹਨਾਂ ਦੇ ਏਜੰਡੇ ਨੂੰ ਲਾਗੂ ਕਰਦੇ ਨੇ। ਤੇ ਜਦੋਂ ਉਹ ਇਹ ਚੀਜ਼ਾਂ ਲਾਗੂ ਕਰਨ ਲਈ ਆਉਂਦੇ ਨੇ, ਤਾਂ ਉਹਨਾਂ ਦਾ ਟਾਕਰਾ ਕਿਹਨਾਂ ਨਾਲ ਹੁੰਦਾ? ਉਹਨਾਂ ਦਾ ਟਾਕਰਾ ਜਦੋਂ ਵੀ ਹੋਇਆ, ਉਹ ਭਗਤ ਸਿੰਘ ਦੇ ਵਾਰਸਾਂ ਨਾਲ ਹੁੰਦਾ। ਉਹਨਾਂ ਦਾ ਟਾਕਰਾ ਕਦੇ ਕਿਸੇ ਹੋਰ ਨਾਲ ਨਹੀਂ ਹੋਇਆ। ਭਗਤ ਸਿੰਘ ਦੇ ਵਾਰਸ ਜਿਹੜੇ ਉਹੀ ਨੇ ਜਿਹੜੇ ਭਗਤ ਸਿੰਘ ਦੇ ਵਿਚਾਰਾਂ ਨੂੰ ਪੜ੍ਹਦੇ ਨੇ, ਤੇ ਭਗਤ ਸਿੰਘ ਦੇ ਵਿਚਾਰਾਂ ਨੂੰ ਪੜ੍ਹਦੇ ਰਹਿਣ ਦੇ ਕਾਰਨ ਉਹ ਉਹਨਾਂ ਦੀਆਂ ਚਾਲਾਂ ਨੂੰ ਇਉਂ ਫੜ ਲੈਂਦੇ ਨੇ। ਜਦੋਂ ਕੋਈ ਨਾ ਕੋਈ ਨਵੀਂ ਸਕੀਮ ਲੈ ਕੇ ਆਉਂਦੇ ਨੇ ਨਾ, ਚਾਹੇ ਪਿਛਲੇ ਕਿਸਾਨ ਮੋਰਚੇ ਵਿੱਚ ਵੀ ਗਏ ਸੀ, ਸਾਡੀ ਹੋਂਦ ਦਾ ਸਵਾਲ ਹੈ, ਸਾਡੀ ਕੌਮ ਦਾ ਸਵਾਲ ਹੈ, ਦਿਸ ਦੈਟ, ਮਤਲਬ ਉਹ ਇਹੋ ਜਿਹੇ ਲਫ਼ਜ਼ ਘੜ ਘੜ ਕੇ ਜਾਂਦੇ ਨੇ। ਤੇ ਜਿਹੜੇ ਭਗਤ ਸਿੰਘ ਦੀ ਸੋਚ ਦੇ ਵਾਰਸ ਆ ਨਾ, ਉਹ ਪਹਿਲੇ ਦਿਨ ਹੀ ਪਛਾਣ ਲੈਂਦੇ ਨੇ ਕਿ ਇਹ ਆ ਹੈਗਾ ਫੁੱਟ ਪਾਉ ਨਾ। ਇਸੇ ਕਰਕੇ ਉਹਨਾਂ ਨੂੰ ਭਗਤ ਸਿੰਘ ਚੁੱਭਦਾ, ਸਾਡੇ ਨਾਲੋਂ ਕਿਤੇ ਵੱਧ ਉਹਨਾਂ ਨੂੰ ਭਗਤ ਸਿੰਘ ਚੁੱਭਦਾ। ਉਹ ਭਗਤ ਸਿੰਘ ਦੀ ਸੋਚ ਵਿੱਚ ਖੋਟ ਮਨਾਉਣਾ ਚਾਹੁੰਦੇ ਨੇ, ਕਦੇ ਉਹਨੂੰ ਕੁਛ ਬਣਾਉਣਾ ਚਾਹੁੰਦੇ ਨੇ, ਕਦੇ ਉਹਨੂੰ ਕੁਛ, ਕਦੇ ਉਹਦਾ ਪਹਿਰਾਵਾ ਬਦਲਣ ਦੀਆਂ ਕੋਸ਼ਿਸ਼ਾਂ, ਕਦੇ ਉਹਦੇ ਵਿਚਾਰਾਂ ਨਾਲ ਤੋੜ ਮਰੋੜ। ਉਹ ਕਰਕੇ, ਇਸੇ ਹੀ ਕਰਕੇ ਜਦੋਂ ਅਸੀਂ ਇਹਦਾ ਜ਼ਿਆਦਾ ਕਰਦੇ ਹਾਂ, ਕਿਉਂਕਿ ਇਹਦਾ ਲਿਖਤਾਂ ਬਹੁਤ ਪਈਆਂ ਨੇ, ਇਹਦਾ ਸਾਡੇ ਕੋਲ ਉਹਦੇ ਕੋਟਸ ਪਏ ਨੇ, ਸਭ ਕੁਝ ਪਏ ਨੇ, ਜਿਨ੍ਹਾਂ ਨੂੰ ਹੁਣ ਮਿਟਾ ਨਹੀਂ ਸਕਦੇ, ਕਿਉਂਕਿ ਉਹ ਇੰਨੇ ਸਪਰੈਡ ਹੋ ਚੁੱਕੇ ਨੇ, ਇੰਨੇ ਲੋਕਾਂ ਨੇ ਸੰਭਾਲੇ ਹੋਏ ਨੇ। ਮੇਰੇ ਕੋਲ ਕਿਤਾਬਾਂ ਦੇ ਰੂਪ 'ਚ ਵੱਖਰੇ ਨੇ, ਕੰਪਿਊਟਰ ਦੇ ਵਿੱਚ ਵੱਖਰੇ ਨੇ, ਮੋਬਾਈਲ ਵਿੱਚ ਵੱਖਰੇ ਨੇ, ਹਰ ਇੱਕ ਜਗ੍ਹਾ ਪਏ ਨੇ, ਅੱਗੇ ਤੋਂ ਅੱਗੇ ਜਿੱਥੇ ਫਾਰਵਰਡ ਕੀਤੇ ਹੋਏ ਨੇ, ਸਭ ਜਗ੍ਹਾ ਪਏ ਨੇ, ਉਹ ਰੋਕੇ ਨਹੀਂ ਜਾ ਸਕਦੇ। ਇਸੇ ਕਰਕੇ ਉਹਨਾਂ ਨੂੰ ਅਸਲ ਦੇ ਵਿੱਚ ਭਗਤ ਸਿੰਘ ਚੁੱਭਦਾ, ਉਹ ਕਹਿਣ ਜੋ ਮਰਜ਼ੀ। ਤੇ ਭਗਤ ਸਿੰਘ ਹਰ ਉਸ ਦੀਆਂ ਅੱਖਾਂ ਵਿੱਚ ਰੜਕਦਾ ਆ ਜਿਹੜਾ ਸਾਮਰਾਜਵਾਦ ਜਾਂ ਸਰਮਾਏਦਾਰੀ ਦਾ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਏਜੰਟ ਬਣ ਕੇ ਕੰਮ ਕਰਦਾ ਆ। ਤੇ ਇਹ ਸਾਰੇ ਉਹੀ ਨੇ। ਤੇ ਇਸ ਲਈ ਸਾਡੀ ਬੇਨਤੀ ਆ ਮੰਚ ਵੱਲੋਂ ਵੀ, ਤੇ ਇਹ ਬਾਰ-ਬਾਰ ਬੇਨਤੀ ਰਹਿੰਦੀ ਆ ਇਹ, ਕਿ ਭਗਤ ਸਿੰਘ ਨੂੰ ਜਾਂ ਉਹਨਾਂ ਵਰਗੇ ਹੋਰ ਇਨਕਲਾਬੀ ਜਿੰਨੇ ਵੀ ਨੇ, ਇਹਨਾਂ ਨੂੰ ਪਲੀਜ਼ ਜ਼ਰੂਰ ਪੜ੍ਹਦੇ ਰਿਹਾ ਕਰੋ। ਇਹਨਾਂ ਦੇ ਜਨਮ ਦਿਨ ਮਨਾਉਣ, ਸ਼ਹੀਦੀ ਦਿਨ ਮਨਾਉਣ ਆਪਣਾ, ਉਹਦੇ ਪਿੱਛੇ ਇਹੋ ਹੀ ਕਾਰਨ ਆ। ਵਰਨਾ ਜਿਹੜਾ ਜਨਮ ਦਿਨ ਹੈ ਤਾਂ ਹੈਪੀ ਬਰਥਡੇ ਕਹਿ ਕੇ ਵੀ ਮਨਾਇਆ ਜਾਂਦਾ, ਬਸ ਫੇਸਬੁੱਕ 'ਤੇ ਹੈਪੀ ਬਰਥਡੇ ਕਿਹਾ, ਫੋਟੋ ਪਾਈ ਇੱਕ, ਤੇ ਬੱਲੇ ਬੱਲੇ ਇਨਕਲਾਬ ਜਿੰਦਾਬਾਦ, ਤੇ ਹੋ ਗਿਆ।
ਪਰ ਆਪਾਂ ਨੂੰ ਉਹਨਾਂ ਦੇ ਵਿਚਾਰਾਂ ਦੀਆਂ ਗੱਲਾਂ ਤੇ ਇਸ ਸਮੇਂ ਕੀ ਹੋ ਰਿਹਾ ਉਹਦੇ ਵਿਚਾਰਾਂ ਨੂੰ ਅੱਜ ਦੇ ਸਮੇਂ ਦੇ ਨਾਲ ਆਪਾਂ ਲਿੰਕ ਕਿਵੇਂ ਕਰਕੇ ਦੇਖਣਾ ਕਿ ਅੱਜ ਕਿਵੇਂ ਆ। ਜਿਵੇਂ ਆਪਾਂ ਹੁਣ ਦੇਖ ਰਹੇ ਹਾਂ ਕਿ ਜਿਹੜੀ ਲੜਾਈ ਭਗਤ ਸਿੰਘ ਨੇ ਲੜੀ ਸੀ, ਉਹਨੇ ਕਿਹਾ ਵੀ ਸੀ ਕਿ ਲੜਾਈ ਚੱਲਦੀ ਰਹਿਣੀ ਆ, ਤੇ ਉਹ ਲੜਾਈ ਚੱਲਦੀ ਆ ਰਹੀ ਆ। ਉਹਦੇ ਜਾਣ ਤੋਂ ਇੰਨਾ ਲੰਬਾ ਸਮਾਂ ਬਾਅਦ ਵੀ ਉਹ ਚੱਲਦੀ ਆ ਰਹੀ ਆ ਤੇ ਚੱਲਦੀ ਰਹਿਣੀ ਆ। ਇਹ ਓਨੀ ਦੇਰ ਚੱਲਦੀ ਰਹਿਣੀ ਆ ਜਿੰਨੀ ਦੇਰ ਮੁੱਠੀ ਭਰ ਲੋਕ ਜਿਹੜੇ ਨੇ, ਚਾਹੇ ਉਹ ਕਾਲੇ ਅੰਗਰੇਜ਼ ਹੋਣ, ਗੋਰੇ ਅੰਗਰੇਜ਼ ਹੋਣ, ਉਹ ਆਮ ਲੋਕਾਂ ਦਾ ਲਹੂ ਨਿਚੋੜਦੇ ਰਹਿਣਗੇ, ਆਮ ਲੋਕਾਂ ਦਾ ਜੀਣਾ ਹਰਾਮ ਕਰਦੇ ਰਹਿਣਗੇ। ਇਹ ਲੜਾਈ ਚੱਲਦੀ ਰਹਿਣੀ ਆ। ਅਸੀਂ ਹੋਈਏ ਨਾ ਹੋਈਏ, ਅਸੀਂ ਆ ਬੈਠ ਕੇ ਗੱਲਾਂ ਕਰੀਏ ਨਾ ਕਰੀਏ, ਅਸੀਂ ਚੁੱਪ ਕਰਕੇ ਘਰਾਂ 'ਚ ਬੈਠ ਜਾਈਏ, ਤਦ ਵੀ ਉਹ ਲੜਾਈ ਚੱਲਦੀ ਰਹਿਣੀ ਆ। ਪਰ ਖੁਸ਼ੀ ਹੁੰਦੀ ਹੈ ਸਾਨੂੰ ਸਿਰਫ ਜਿਹੜੀ ਮਾਨਸਿਕ ਤਸੱਲੀ ਆ, ਇਹ ਕੁਛ ਨਹੀਂ ਹੈਗਾ, ਇਹ ਮਾਨਸਿਕ ਤਸੱਲੀ ਹੁੰਦੀ ਆ ਗੱਲਾਂ ਕਰਕੇ ਕਿ ਅਸੀਂ ਘੱਟੋ ਘੱਟ ਲੋਕਾਂ ਨਾਲ ਖੜੇ ਹਾਂ, ਜੋਕਾਂ ਨਾਲ ਨਹੀਂ ਖੜੇ, ਨਾ ਹੀ ਅੰਦਰ ਬੈਠ ਕੇ ਤੇ ਨਾ ਹੀ ਬਾਹਰ ਜਾ ਕੇ। ਅਸੀਂ ਜਿਹੋ ਜਿਹਾ ਘਰ ਦੇ ਅੰਦਰ ਬੈਠ ਕੇ ਹਾਂ, ਬਾਹਰ ਵੀ ਉਹੋ ਜਿਹਾ ਹੀ ਹਾਂ। ਅਸੀਂ ਬਾਹਰ ਬੈਠ ਕੇ ਹੋਰ ਤੇ ਘਰ ਦੇ ਅੰਦਰ ਹੋਰ ਨਹੀਂ ਹੈਗੇ। ਘਰ ਦੇ ਅੰਦਰੋਂ ਵੀ ਅਸੀਂ ਉਹੀ ਗੱਲਾਂ ਕਰਦੇ ਹਾਂ ਜੋ ਸਾਡੀਆਂ ਬਾਹਰ ਨੇ। ਇੰਨੀਆਂ ਗੱਲਾਂ ਪ੍ਰਵਾਨ ਕਰਿਓ। ਤੇ ਇਹ ਜੇ ਲੰਬੀਆਂ ਹੋ ਗਈਆਂ ਹੋਈਆਂ, ਪਰ ਮੈਨੂੰ ਲੱਗਦਾ ਹੈ ਕਿ ਅੱਜ ਸ਼ਾਇਦ ਉਨੀਆਂ ਲੰਬੀਆਂ ਨਹੀਂ ਹੋਈਆਂ ਹੁਣ। ਜਦੋਂ ਅਸੀਂ ਕਈ ਇਕੱਠੇ ਹੋ ਕੇ ਗੱਲ ਕਰਦੇ ਹਾਂ, ਜ਼ਿਆਦਾ ਲੰਬੀ ਖਿੱਚੀ ਜਾਂਦੀ ਹੈ। ਤੇ ਬਹੁਤ ਧੰਨਵਾਦ ਸਾਰੇ ਸਾਥੀਆਂ ਦੇ ਜੁੜਿਆਂ ਦਾ। ਮੈਂ ਕਿਸੇ ਨੂੰ ਰਿਪਲਾਈ ਨਹੀਂ ਕੀਤੀ ਨਾਲ ਦੀ ਨਾਲ ਨਾ, ਇਹ ਮੇਰੇ ਸੁਭਾਅ ਦਾ ਅੰਗ ਨਹੀਂ ਹੈਗਾ, ਪਰ ਮੈਂ ਕਰਾਂਗਾ। ਮੈਂ ਤੁਹਾਨੂੰ ਚੈੱਕ ਕਰੂੰਗਾ, ਤੁਹਾਨੂੰ ਜਿਹਨੂੰ ਰਿਪਲਾਈ ਦੀ ਜਿਵੇਂ ਦੀ ਜ਼ਰੂਰਤ ਮੈਨੂੰ ਲੱਗੀ ਮੈਂ ਕਰਾਂਗਾ। ਸਾਰਿਆਂ ਦਾ ਧੰਨਵਾਦ। ਤੇ ਮੈਂ ਤੁਹਾਡਾ ਹੁਣ ਬੋਲ ਕੇ ਵੀ ਕਰ ਰਿਹਾ। ਤੇ ਦੋ ਕੁ ਨਾਅਰੇ ਨੇ ਜਿਹੜੇ 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 ਮਾਸਟਰ ਨੇ ਭਗਤ ਸਿੰਘ ਦੇ, ਤੇ ਇੱਕ ਤੇ ਉਹੀ ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ। ਤੇ ਉਸ ਤੋਂ ਅੱਗੇ ਜਿਹੜੇ ਆ ਕਿਸਾਨਾਂ, ਮਜ਼ਦੂਰਾਂ, ਮਿਹਨਤਕਸ਼ ਲੋਕ ਜਿੰਨੇ ਵੀ ਨੇ, ਲਤਾੜੇ ਜਾ ਰਹੇ ਲੋਕ ਨੇ, ਸਭਨਾਂ ਦਾ ਏਕਾ ਜਿੰਦਾਬਾਦ। ਤੇ ਇਹ ਜਿੰਦਾਬਾਦ ਹੀ ਰਹਿਣਾ ਆ, ਤੇ ਇਹਨੇ ਇੱਕ ਦਿਨ ਜਿੰਦਾਬਾਦ ਹੀ ਹੋਣਾ ਆ। ਤੇ ਇਹ ਜਦੋਂ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਸੀਗਾ, ਤੇ ਉਹਦੇ ਵਿੱਚ ਮੈਂ ਕਿਸਾਨ ਸੰਘਰਸ਼ ਨੂੰ ਸਮਰਪਿਤ ਕਵਿਤਾ ਲਿਖੀ। ਮੈਂ ਕਵੀ ਨਹੀਂ ਹੈਗਾ, ਪਰ ਇਹ ਵੀ ਨਹੀਂ ਕਿ ਮੈਂ ਕਦੇ ਵੀ ਨਹੀਂ ਲਿਖਦਾ। ਮੈਂ ਲਿਖਦਾ, ਕਦੀ ਕਦੀ ਲਿਖਦਾ। ਇਹ ਮੈਂ ਕਵਿਤਾ 'ਚ ਬੋਲ ਕੇ ਵੀ ਦੱਸਿਆ ਮੈਂ ਕਦੋਂ ਲਿਖਦਾ। ਕਦੀ ਦੋ ਚਾਰ ਲਾਈਨਾਂ ਲਿਖ ਦਿੰਦਾ, ਕਦੇ ਪੂਰੀ ਕਵਿਤਾ ਲਿਖ ਲੈਂਦਾ, ਕੁਛ ਵੀ ਲਿਖ ਸਕਦਾ। ਮੈਨੂੰ ਪਤਾ ਜੇ ਮੈਂ ਲਿਖਣ ਵੱਲ ਨੂੰ ਚੱਲ ਪਾ, ਮੈਂ ਲਿਖ ਵੀ ਸਕਦਾ, ਲਗਾਤਾਰ ਵੀ ਲਿਖ ਸਕਦਾ, ਪਰ ਨਹੀਂ ਲਿਖਿਆ ਜਾਂਦਾ। ਪਰ ਜਦੋਂ ਲਿਖਦਾ ਤੇ ਉਹ ਜੋ ਵੀ ਮੇਰੇ ਦਿਲ 'ਚ ਹੈ ਮੈਂ ਉਹ ਲਿਖਦਾ। ਉਹਦੀਆਂ ਮੈਂ ਇਹ 'ਚ ਨਹੀਂ ਪੈਂਦਾ ਕਿ ਇਹਦੀ ਉਹ ਜਿਵੇਂ ਕਹਿੰਦਾ ਕਿੰਨਾ ਫਿਕਰ ਗਜ਼ਲ ਗੋ ਕਰਦੇ ਬਿੰਦੀ ਅਤੇ ਬਿਹਾਰੀ ਦਾ, ਪਤਾ ਨਹੀਂ ਕਾਹਤੋਂ ਚੇਤਾ ਭੁੱਲ ਜਾਂਦੇ ਆ, ਦਿਲਾਂ 'ਤੇ ਚੱਲਦੀ ਯਾਰੀ ਦਾ। ਮੀਨਸ ਕਿ ਮੈਂ ਉਹ ਲਿਖਦਾ ਜੋ ਮੇਰੇ ਦਿਮਾਗ ਵਿੱਚ ਆ ਰਿਹਾ, ਜੋ ਮੇਰੇ ਦਿਲ ਵਿੱਚ ਆ ਰਿਹਾ। ਉਹਦੇ ਵਜਨ ਵੁਜਨ ਕਿੰਨੇ ਹੋਣਗੇ ਕਿੰਨੇ ਨਹੀਂ ਹੋਣਗੇ, ਜਾਣਨ ਉਹੀ ਸਾਡੇ ਵੱਡੇ ਗਜ਼ਲ ਗੋ ਬਣੇ ਫਿਰਦੇ ਨੇ, ਇਹ ਉਹਨਾਂ ਨੂੰ ਪਤਾ ਹੋਊਗਾ ਨਾ। ਤੇ ਮੈਂ ਉਹਨਾਂ 'ਚੋਂ ਨਹੀਂ ਹੈਗਾ। ਮੈਂ ਤੁਕਬੰਦੀ ਵਾਲਾ ਹਾਂ, ਮੈਂ ਤੁਕਬੰਦੀ ਕਰਦਾ ਤਾਂ ਕਿ ਉਹਦੀ ਗੱਲ ਸਿੱਧੀ ਕਹਿਣ ਦੀ ਹੈਗਾ, ਤੁਕ ਦੇ ਵਿੱਚ ਕਹੀ ਜਾਵੇ, ਤਰਜ ਦੇ ਵਿੱਚ ਕਹੀ ਜਾ ਸਕੇ। ਤੇ ਉਹਦੇ ਵਿੱਚ ਉਹਦੀ ਮੈਂ ਕਿਸਾਨ ਸੰਘਰਸ਼ ਲਈ ਕਵਿਤਾ ਲਿਖੀ ਸੀਗੀ। ਉਹ ਮੈਂ ਤਾਂ ਵੈਸੇ ਆਖਰੀ ਲਾਈਨ ਹੀ ਬੋਲ ਦਿੰਦੇ ਹਾਂ, ਬੜਾ ਲੰਬਾ ਹੋ ਗਿਆ। ਉਸ ਵੀ ਕਿਰਤੀ ਵਰਗ ਦਾ ਸਬਰ ਬੇਤਾਬ ਹੋਇਆ, ਕਿਰਤੀ ਵਰਗ ਦਾ ਸਬਰ ਬੇਤਾਬ ਹੋਇਆ, ਤੈਥੋਂ ਝੱਲਿਆ ਨਹੀਂ ਇਹ ਸਲਾਬ ਜਾਣਾ। ਇਹ ਮੋਦੀ ਸਰਕਾਰ ਨੂੰ ਮੁਖਾਤਬ ਕਰਕੇ ਲਾਈਨ ਸੀ ਕਿ ਕਿਰਤੀ ਵਰਗ ਦਾ ਸਬਰ ਬੇਤਾਬ ਹੋਇਆ, ਤੈਥੋਂ ਝੱਲਿਆ ਨਹੀਂ ਇਹ ਸਲਾਬ ਜਾਣਾ। ਫਾਸ਼ੀਵਾਦ ਪੂੰਜੀਵਾਦ ਮੁਰਦਾਬਾਦ ਰਹਿਣੇ, ਤੇ ਸੰਧੂ ਰਹੂ ਇਨਕਲਾਬ ਜਿੰਦਾਬਾਦ ਗਾਣਾ। ਸੰਧੂ ਰਹੂ ਇਨਕਲਾਬ ਜਿੰਦਾਬਾਦ ਗਾਣਾ। ਧੰਨਵਾਦ ਸਾਥੀਓ, ਫਿਰ ਮਿਲਦੇ ਇੱਦਾਂ ਹੀ। ਧੰਨਵਾਦ।